ਵੈਲਕਮ ਟੂ ਡੀ ਅਕੈਡਮੀ। ਅੱਜ ਆਪਣਾ ਜੋ ਜਿਓਗ੍ਰਾਫੀ ਦਾ ਲੈਕਚਰ ਹੈ ਉਹਦੇ ਵਿੱਚ ਆਪਾਂ ਜਾਣਾਂਗੇ ਇੰਡੀਅਨ ਜਿਓਗ੍ਰਾਫੀ ਬਾਰੇ। ਸੋ ਬੇਸਿਕਲੀ ਇੱਕ ਇੰਡੀਆ ਦੀ ਫਿਗਰ ਡਰਾ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਮੈਂ। ਇਸ ਦੇ ਜ਼ਰੀਏ ਆਪਾਂ ਜਾਣਾਂਗੇ ਕਿ ਤੁਹਾਡਾ ਇੰਡੀਅਨ ਜਿਓਗ੍ਰਾਫੀ ਦੇ ਬਾਰੇ ਕਿੱਥੇ ਕੀ ਪਾਇਆ ਜਾਂਦਾ। ਬੇਸਿਕਲੀ ਤੁਹਾਡੇ ਇੰਡੀਆ ਦੇ ਵਿੱਚ ਪਲੇਨਸ ਪਾਏ ਜਾਂਦੇ ਨੇਗੇ, ਪਲੇਟੂਜ਼ ਪਾਏ ਜਾਂਦੇ ਨੇ, ਮਾਊਂਟੇਨਸ ਪਾਈਆਂ ਜਾਂਦੀਆਂ ਨੇਗੀਆਂ ਐਂਡ ਜ਼ਿਆਦਾਤਰ ਤੁਹਾਡੇ ਕੋਲ ਕੋਸਟਲ ਏਰੀਆ ਵੀ ਪਾਇਆ ਜਾਂਦਾ ਆਲੇ ਦੁਆਲੇ ਜੋ ਸੀ ਦੇ ਨਾਲ ਲੱਗਦਾ ਹੈਗਾ। ਹੁਣ ਇਹਦੇ ਵਿੱਚ ਆਪਾਂ ਗੱਲ ਕਰੀਏ, ਇਹ ਸਾਰਾ ਏਰੀਆ ਇੱਥੋਂ ਲੈ ਕੇ ਆਪਾਂ ਇੱਥੇ ਤੱਕ ਦਾ ਏਰੀਆ ਚਲਾਈਏ, ਇਹ ਸਾਰਾ ਏਰੀਆ ਹੀ ਹਿਮਾਲਿਆਜ਼ ਦੇ ਨਾਲ ਕਵਰ ਹੈ। ਹਿਮਾਲਿਆਜ਼ ਦੇ ਨਾਲ ਕਵਰ ਹੈ। ਜਦੋਂ ਆਪਾਂ ਟੈਕਟੋਨਿਕ ਪਲੇਟਸ ਪੜ੍ਹੀਆਂ ਸੀ ਤਾਂ ਆਪਾਂ ਦੇਖਿਆ ਸੀ ਕਿਸ ਤਰ੍ਹਾਂ ਇੰਡੀਅਨ ਪਲੇਟ ਸੀ ਜੋ ਯੂਰੇਸ਼ੀਅਨ ਪਲੇਟ ਨਾਲ ਟਕਰਾਈ ਅਤੇ ਉਸ ਤੋਂ ਬਾਅਦ ਹਿਮਾਲਿਆਜ਼ ਰਾਈਜ਼ ਹੋਏ ਅਤੇ ਇਹ ਸਾਰੀ ਬਾਉਂਡਰੀ ਹੀ ਹਿਮਾਲਿਆਜ਼ ਦੇ ਨਾਲ ਕਵਰ ਹੈਗੀ, ਹਿਮਾਲਿਆਜ਼ ਦੇ ਨਾਲ ਬਣੀ ਹੋਈ ਹੈ। ਐਂਡ ਨੇਪਾਲ ਦੇ ਵਿੱਚ ਇੱਥੇ ਤੁਹਾਡੇ ਕੋਲ ਪਾਈ ਜਾਂਦੀ ਹੈਗੀ ਮਾਊਂਟ ਐਵਰੈਸਟ ਜੋ ਸਾਰਿਆਂ ਨੂੰ ਉੱਚੀ ਚੋਟੀ ਹੈ। ਇਸ ਤੋਂ ਬਾਅਦ ਗੱਲ ਆਪਾਂ ਕਰੀਏ ਜੰਮੂ ਕਸ਼ਮੀਰ ਦੀ। ਇੱਥੇ ਜੀ ਫਿਰ ਤੁਹਾਡੇ ਕੋਲ ਇਸ ਸਾਈਡ 'ਤੇ ਪਾਈਆਂ ਜਾਂਦੀਆਂ ਨੇ ਕਾਰਾਕੋਰਮ ਰੇਂਜ, ਮਾਊਂਟੇਨ ਰੇਂਜ ਹੈ ਕਾਰਾਕੋਰਮ ਰੇਂਜ। ਇੱਥੇ ਪਾਇਆ ਜਾਂਦਾ ਜੀ ਹਿੰਦੂ ਕੁਸ਼ ਐਂਡ ਇੱਥੇ ਪਾਈ ਜਾਂਦੀ ਹੈ ਪੀਰ ਪੰਜਾਲ ਰੇਂਜ। ਹਿਮਾਲਿਆਜ਼ ਦੀ ਬੇਸਿਕਲੀ ਪਾਰਟਸ ਨੇ ਬਟ ਰੇਂਜ ਨੂੰ ਅਲੱਗ-ਅਲੱਗ ਨਾਮ ਦਿੱਤਾ ਹੋਇਆ ਇਹਨਾਂ ਦੇ ਵਿੱਚ। ਐਂਡ ਡਾਊਨ ਦੇ ਵਿੱਚ ਇੱਥੇ ਇਸ ਏਰੀਆ ਦੇ ਵਿੱਚ ਪਾਏ ਜਾਂਦੇ ਨੇ ਸ਼ਿਵਾਲਿਕਸ। ਗੱਲ ਕਰੀਏ ਆਪਾਂ ਪੰਜਾਬ ਦੀ ਤਾਂ ਪੰਜਾਬ ਦੇ ਨਾਲ ਜੋ ਪਹਾੜੀਆਂ ਲੱਗਦੀਆਂ ਨੇ ਜਾਂ ਪਹਾੜੀ ਇੱਕ ਏਰੀਏ ਲੱਗਦੇ ਨੇਗੇ ਉੱਥੇ ਤੁਹਾਡੀਆਂ ਪਾਏ ਜਾਂਦੇ ਨੇ ਸ਼ਿਵਾਲਿਕਸ। ਹੁਣ ਤੁਹਾਡੇ ਕੋਲ ਬੇਸਿਕਲੀ ਇੱਥੇ ਬਹੁਤ ਹੀ ਵੱਡੇ ਉੱਤੇ ਬਿਲਡਿੰਗਸ ਬਣੀਆਂ ਮਾਊਂਟੇਨਸ ਬਿਲਡ ਹੋਈਆਂ ਨੇਗੀਆਂ। ਬਹੁਤ ਜ਼ਿਆਦਾ ਇੱਥੇ ਜਿਓਗ੍ਰਾਫੀ ਜੋ ਹੈ ਹਾਈ ਐਲਟੀਟਿਊਡ 'ਤੇ ਹੈ। ਸੋ ਇੱਥੇ ਬੇਸਿਕਲੀ ਤੁਹਾਡੇ ਕੋਲ ਕੀ ਹੈ, ਬਹੁਤ ਜੀ ਜ਼ਿਆਦਾ ਆਈਸ ਦੀ ਭਰਮਾਰ ਹੈਗੀ। ਹਾਈ ਐਲਟੀਟਿਊਡ ਹੈ, ਆਈਸ ਗਿਰਦੀ, ਆਈਸ ਜੰਮਦੀ ਹੈ ਅਤੇ ਇੱਥੇ ਬੇਸਿਕਲੀ ਤੁਹਾਡੇ ਜੋ ਉੱਪਰਲੀਆਂ ਰੇਂਜਸ ਨੇਗੀਆਂ ਉਹ ਹਰ ਸਾਲ ਬਰਫ਼ ਦੇ ਨਾਲ ਕਵਰ ਰਹਿੰਦੀਆਂ ਨੇ। ਸੋ ਜਦੋਂ ਬਰਫ਼ ਦੇ ਨਾਲ ਉਹ ਕਵਰ ਨੇ ਤਾਂ ਇੱਥੋਂ ਕੀ ਹੈ, ਤੁਹਾਡੇ ਜਨਰੇਟ ਹੁੰਦੇ ਨੇਗੇ ਰਿਵਰਸ ਕੀ ਨੇ, ਉਹ ਨੀਚੇ ਨੂੰ ਵਹਿੰਦੇ ਨੇਗੇ। ਨੀਚੇ ਦੀ ਫਿਰ ਜੋ ਤੁਹਾਡੀ ਇਹ ਵਾਲੀ ਪਲੇਨਸ ਆ ਗਏ, ਇਹਨਾਂ ਨੂੰ ਇਹ ਇੱਕ ਉਪਜਾਊ ਜ਼ਮੀਨ ਬਣਾਉਂਦੇ ਨੇ। ਜਦੋਂ ਆਪਣੇ ਨਾਲ ਉਹ ਡੈਪੋਜੀਸ਼ਨ ਲੈ ਕੇ ਆਉਂਦੇ ਨੇ ਜਾਂ ਕੁਛ ਵੀ ਮਟੀਰੀਅਲ ਵਗੈਰਾ ਲੈ ਕੇ ਆਉਂਦੇ ਨੇ ਅਤੇ ਫਲੱਡ ਸਿਸਟਮ ਦੇ ਨਾਲ ਉਹ ਉਸ ਜ਼ਮੀਨ ਨੂੰ ਉਪਜਾਊ ਬਣਾਉਂਦੇ ਨੇ। ਜਿਸ ਤਰ੍ਹਾਂ ਮੇਨਲੀ ਪੰਜਾਬ ਦੀ ਆ ਗਈ, ਇੱਥੇ ਜੋ ਤੁਹਾਡੇ ਹਿਮਾਲਿਆਜ਼ ਨੇ, ਇਸ ਤੋਂ ਬਾਅਦ ਜੋ ਸ਼ਿਵਾਲਿਕ ਰੇਂਜ ਹੈ, ਇਸ ਤੋਂ ਬਾਅਦ ਨਿਕਲਦੇ ਹੀ ਤੁਹਾਡੇ ਕੋਲ ਬੇਸਿਕਲੀ ਪਾਇਆ ਜਾਂਦਾ ਪੰਜਾਬ ਹਰਿਆਣਾ ਪਲੇਨਸ। ਇਹਨਾਂ ਦੇ ਵਿੱਚ ਕੀ ਹੈ, ਇੱਥੇ ਪੰਜਾਬ ਦੇ 5 ਦਰਿਆ ਵਗਦੇ ਨੇ। ਹੁਣ 5 ਦਰਿਆਵਾਂ ਨੇ ਪੰਜਾਬ ਦੀ ਧਰਤੀ ਨੂੰ ਬਹੁਤ ਹੀ ਜ਼ਿਆਦਾ ਉਪਜਾਊ ਕੀਤਾ ਹੋਇਆ ਹੈਗਾ। ਹੁਣ ਇਸੇ ਡੈਪੋਜੀਸ਼ਨ ਦੇ ਨਾਲ ਇਹ ਉਪਜਾਊ ਹੋਏ ਨੇ। ਸੋ ਬੇਸਿਕਲੀ ਇਹ ਵਾਲਾ ਏਰੀਆ ਜ਼ਿਆਦਾ ਤਾਂ ਇਹਨੂੰ ਬੋਲਿਆ ਜਾਂਦਾ ਹੈਗਾ ਇੰਡਸ ਗੈਂਗਸ ਪਲੇਨ ਬੋਲਿਆ ਜਾਂਦਾ। ਇਹਦੇ ਵਿੱਚ ਇੱਧਰ ਦਰਿਆ ਤੁਹਾਡਾ ਵਗਦਾ ਜੀ ਇੰਡਸ ਜੋ ਇਸ ਤਰ੍ਹਾਂ ਲੰਘਦਾ ਹੈਗਾ ਅਤੇ ਉਹਦੇ ਨਾਲ ਤੁਹਾਡੇ ਪੰਜਾਬ ਦੇ ਜੋ 5 ਰਿਵਰ ਨੇ ਉਹ ਆ ਕੇ ਮਿਲਦੇ ਨੇ। ਇੱਥੋਂ ਨਿਕਲਦਾ ਹੈਗਾ ਸਤਲੁਜ ਮਾਨਸਰੋਵਰ ਲੇਕ 'ਚੋਂ, ਸਤਲੁਜ ਨਿਕਲ ਕੇ ਇੱਦਾਂ ਚੱਲਦਾ ਜੀ, ਮਾਨਸਰੋਵਰ ਲੇਕ 'ਚੋਂ ਸਤਲੁਜ ਨਿਕਲਦਾ। ਇੱਥੋਂ ਬਿਆਸ ਜਨਰੇਟ ਹੁੰਦਾ ਜੋ ਜਾ ਕੇ ਇਹਨੂੰ ਇੱਥੇ ਮਿਲਦਾ। ਹਿਮਾਚਲ ਪ੍ਰਦੇਸ਼ 'ਚੋਂ ਬਿਆਸ ਜਨਰੇਟ ਹੁੰਦਾ। ਉਸ ਤੋਂ ਬਾਅਦ ਚਨਾਬ ਆਉਂਦਾ ਹੈਗਾ, ਚਨਾਬ ਵੀ ਆ ਕੇ ਪਾਕਿਸਤਾਨ ਦੇ ਵਿੱਚ ਇਹਨੂੰ ਮਿਲਦਾ ਹੈਗਾ। ਐਂਡ ਜੋ ਤੁਹਾਡਾ ਰਿਵਰ ਜੇਹਲਮ ਹੈ, ਜੇਹਲਮ ਇੱਥੇ ਪਾਕਿਸਤਾਨ ਅਤੇ ਇੰਡੀਆ ਦੀ ਇੱਕ ਬਾਉਂਡਰੀ ਕ੍ਰੀਏਟ ਕਰਦਾ। ਉਹ ਜਾ ਕੇ ਅੱਗੇ ਇੰਡਸ ਨੂੰ ਮਿਲਦਾ, ਆਪਸ ਦੇ ਵਿੱਚ ਮਿਲਦੇ ਨੇ ਅਤੇ ਜਾ ਕੇ ਇੰਡਸ ਨੂੰ ਮਿਲਦੇ ਨੇ। ਇਸ ਤਰ੍ਹਾਂ ਰਾਵੀ ਹੈ ਜੋ ਬਿਲਕੁਲ ਹੱਦ ਤੋਂ ਆਉਂਦਾ ਹੈਗਾ ਮਾਡਰਨ ਪੰਜਾਬ ਦੇ। ਥੋੜ੍ਹਾ ਹੀ ਪਾਰਟ ਮਾਡਰਨ ਪੰਜਾਬ ਦੇ ਵਿੱਚ ਰਾਵੀ ਦਾ ਪਾਇਆ ਜਾਂਦਾ ਹੈਗਾ। ਸੋ ਬੇਸਿਕਲੀ 2 ਜਾਂ 2.5 ਅੱਜ ਕੱਲ੍ਹ ਦਰਿਆ ਪੰਜਾਬ ਦੇ ਵਿੱਚ ਪਾਏ ਜਾਂਦੇ ਨੇਗੇ। ਸੋ ਇਹ ਜੋ ਦਰਿਆ ਨੇਗੇ ਇਹ ਸਾਰੇ ਮਿਲ ਕੇ ਇੰਡਸ ਦੇ ਵਿੱਚ ਰਲਦੇ ਨੇ। ਇੰਡਸ ਦਾ ਮਤਲਬ ਹੈ ਸਿੰਧੂ ਰਿਵਰ। ਹੁਣ ਇਹਦੇ ਨਾਲ ਰਲਦੇ ਨੇ, ਇਹ 5 ਦਾ ਇੱਕ ਸਿਸਟਮ ਬਣ ਗਿਆ ਜੀ। ਇਹ ਤੁਹਾਡੇ ਜੋ ਨਾਰਥ ਦੇ ਦਰਿਆ ਆਖਦੇ ਨੇ ਅਤੇ ਇਸੇ ਤਰ੍ਹਾਂ ਆਪਣੇ ਜੋ ਵਗਦੇ ਨੇ ਇਹ ਡਿੱਗਦੇ ਨੇ ਅਰਬੀਅਨ ਸੀ ਦੇ ਵਿੱਚ। ਜੋ ਤੁਹਾਡੇ ਬੇ ਆਫ ਬੰਗਾਲ ਦੇ ਵਿੱਚ ਡਿੱਗਦੇ ਨੇ ਉਹ ਗੈਂਗੇਜ਼ ਹੈ। ਗੰਗਾ ਜਾਂਦੀ ਹੈ ਜੀ ਇੱਥੋਂ, ਇਸ ਤਰ੍ਹਾਂ ਗੰਗਾ ਜਾਂਦੀ ਹੈ। ਇਸ ਤੋਂ ਇੱਧਰ ਆ ਗਿਆ ਬੰਗਲਾਦੇਸ਼ ਦੇ ਇੱਥੇ ਤੁਹਾਡਾ ਡੈਲਟਾ ਬਣਿਆ ਹੋਇਆ ਜਿਹਨੂੰ ਸੁੰਦਰਬਨ ਡੈਲਟਾ ਬੋਲਦੇ ਨੇ, ਸੁੰਦਰਬਨ ਡੈਲਟਾ। ਜੋ ਫੈਕਚੁਅਲ ਪਾਰਟਸ ਨੇਗੇ ਇੰਡੀਅਨ ਜਿਓਗ੍ਰਾਫੀ ਬਾਰੇ ਉਹ ਆਪਾਂ ਕਰਾਂਗੇ ਅੱਗੇ ਬੋਲ ਕੇ ਕਰ ਲਾਂਗੇ। ਉਹ ਪਹਿਲਾਂ ਆਪਾਂ ਥੋੜ੍ਹਾ ਸਮਝ ਲਈਏ। ਇਸ ਤੋਂ ਬਾਅਦ ਇਸੇ ਨਾਲ ਹੀ ਤੁਹਾਡੇ ਕੋਲ ਜੀ ਇੱਥੇ ਯਮੁਨਾ ਆ ਕੇ ਮਿਲਦੀ ਹੈ ਗੈਂਗੇਜ਼ ਦੇ ਨਾਲ, ਗੰਗਾ ਦੇ ਨਾਲ ਇੱਥੋਂ ਹੀ ਸਟਾਰਟ ਹੋ ਕੇ ਯਮੁਨਾ ਆ ਕੇ ਇੱਥੇ ਜੇ ਮਿਲਦੀ ਹੈ ਇਹਦੇ ਨਾਲ। ਅਤੇ ਇਸ ਤੋਂ ਬਾਅਦ ਇਹਦੀਆਂ ਜੋ ਕਹਿ ਸਕਦੇ ਤੁਸੀਂ ਰਾਈਟ ਹੈਂਡ ਸਾਈਡ, ਜਦੋਂ ਆਪਾਂ ਇਸ ਸਿੱਧੇ ਵੱਲ ਨੂੰ ਜਾਈਏ ਤਾਂ ਰਾਈਟ ਹੈਂਡ ਸਾਈਡ ਬੇਸਿਕਲੀ ਇਹਦੀਆਂ ਟ੍ਰਿਬਿਊਟਰੀਜ਼ ਜੋ ਪਾਈਆਂ ਜਾਂਦੀਆਂ ਨੇਗੀਆਂ ਉਹ ਚੰਬਲ ਹੋ ਗਈ ਐਂਡ ਬੇਤਵਾ, ਉਸ ਤੋਂ ਬਾਅਦ ਕੋਸੀ
ਇਹਦੀਆਂ ਟ੍ਰਿਬਿਊਟਰੀਜ਼ ਪਾਈਆਂ ਜਾਂਦੀਆਂ ਨੇਗੀਆਂ ਗੰਗਾ ਦੀਆਂ। ਸੋ ਇਹ ਵਾਲਾ ਜੋ ਏਰੀਆ ਆ ਗਿਆ, ਇੰਨਾ ਏਰੀਆ ਆ ਗਿਆ, ਇਹਨੂੰ ਬੋਲਦੇ ਨੇ ਪੰਜਾਬ ਐਂਡ ਹਰਿਆਣਾ ਪਲੇਨਸ। ਸੋ ਜਾਂ ਇਹ ਵਾਲਾ ਜੋ ਏਰੀਆ ਆ ਗਿਆ ਜਿੱਥੇ ਇੱਥੇ ਗੰਗਾ ਹੈਗੀ, ਇਹਨੂੰ ਬੋਲਦੇ ਨੇ ਗੈਂਗੇਜ਼ ਪਲੇਨਸ। ਗੰਗਾ ਪਲੇਨ ਜਾਂ ਗੈਂਜੇਜ਼ ਪਲੇਨਸ ਇਹਨੂੰ ਬੋਲਿਆ ਜਾਂਦਾ। ਅਗਰ ਆਪਾਂ ਸਾਰਾ ਹੀ ਇਹ ਲੈ ਕੇ ਚੱਲ ਦਈਏ, ਇੰਨੇ ਵਾਲਾ ਇੰਡਸ ਤੇ ਗੰਗਾ ਦਾ, ਇਹਨੂੰ ਬੋਲਿਆ ਜਾਂਦਾ ਇੰਡਸ ਗੰਗਾ ਪਲੇਨਸ। ਇਹ ਤੁਹਾਡੇ ਬੇਸਿਕਲੀ ਨਦਨ ਦੇ ਵਿੱਚ ਟੋਪੋਗ੍ਰਾਫੀ ਦੇ ਵਿੱਚ ਆਉਂਦੇ ਨੇ। ਤੇ ਜੰਮੂ ਕਸ਼ਮੀਰ ਕੀ ਤੁਹਾਡਾ ਸਾਰਾ ਬੇਸਿਕਲੀ ਮਾਊਂਟੇਨਸ ਦੇ ਵਿੱਚ ਆ ਜਾਂਦਾ, ਵੈਲੀਜ਼ ਦੇ ਵਿੱਚ ਆ ਜਾਂਦਾ ਹੈਗਾ। ਉਸ ਤੋਂ ਬਾਅਦ ਆਪਣੇ ਲਵੇ ਇਸ ਸਾਈਡ ਦੇ ਉੱਤੇ ਛੱਤੀਸਗੜ੍ਹ ਦੇ ਕੋਲੇ ਇੱਕ ਪਲੇਟੂ ਪਾਇਆ ਜਾਂਦਾ ਜੋ ਮਿਨਰਲਸ ਲਈ ਬਹੁਤ ਹੀ ਜ਼ਿਆਦਾ ਮਸ਼ਹੂਰ ਆ, ਉਹਨੂੰ ਬੋਲਦੇ ਨੇ ਜੀ ਛੋਟਾ ਨਾਗਪੁਰ ਪਲੇਟੂ। ਛੋਟਾ ਨਾਗਪੁਰ ਪਲੇਟੂ। ਇਸ ਸਾਈਡ ਤੁਸੀਂ ਜਾਓਗੇ ਤਾਂ ਇੱਧਰ ਆ ਗਿਆ ਅਸਾਮ, ਮੇਘਾਲਿਆ, ਤ੍ਰਿਪੁਰਾ, ਇਹ 'ਚ ਆ ਗਿਆ ਸਿੱਕਮ ਆ ਗਿਆ। ਇੱਧਰ ਵੀ ਬੇਸਿਕਲੀ ਤੁਹਾਡੇ ਕੋਲ ਜੋ ਪਾਇਆ ਜਾਂਦਾ ਗਾ ਹਿਮਾਲਿਆਜ਼ ਦੀ ਪਹਾੜੀਆਂ ਪਾਈਆਂ ਜਾਂਦੀਆਂ ਨੇ। ਬਟ ਇਹਨਾਂ ਦੇ ਵਿੱਚੋਂ ਇੱਕ ਰਿਵਰ ਜਨਰੇਟ ਹੋ ਕੇ ਆਉਂਦਾ ਗਾ ਇਸ ਸਾਈਡ, ਜਿੱਥੋਂ ਤੁਹਾਡਾ ਸਤਲੁਜ ਜਨਰੇਟ ਹੁੰਦਾ ਉਹ ਤੋਂ ਥੋੜ੍ਹਾ ਇਸ ਸਾਈਡ ਨਾਲ ਹੀ ਉੱਥੋਂ ਰਿਵਰ ਜਨਰੇਟ ਹੁੰਦਾ ਬ੍ਰਹਮਪੁੱਤਰਾ। ਉਹ ਇਸ ਤਰ੍ਹਾਂ ਐਂਟਰ ਹੋ ਕੇ ਇੱਦਾਂ ਬੰਗਲਾਦੇਸ਼ ਦੇ ਵਿੱਚ ਆਉਂਦਾ ਅਸਾਮ ਦੇ ਰਾਹ ਦੇ ਰਾਹੀਂ। ਅਸਾਮ ਦੇ ਰਾਹੀਂ ਉਹ ਅਰੁਣਾਚਲ ਪ੍ਰਦੇਸ਼ ਰਾਹੀਂ ਇੰਡੀਆ 'ਚ ਐਂਟਰ ਹੁੰਦਾ ਅਤੇ ਅਸਾਮ ਦੇ ਵਿੱਚ ਹੁੰਦਾ ਤਾਂ ਉਹ ਬੰਗਲਾਦੇਸ਼ 'ਚ ਆ ਕੇ ਗੰਗੇਜ਼ ਦੇ ਨਾਲ ਮਿਲ ਜਾਂਦਾ। ਅਤੇ ਗੰਗਾ ਅਤੇ ਬੰਗਲਾਦੇਸ਼ ਇੱਥੇ ਮਿਲ ਕੇ ਬੰਗਲਾਦੇਸ਼ ਦੇ ਜੋ ਐਂਡ ਹੁੰਦਾ ਜਿੱਥੇ ਕੋਸਟਲ ਏਰੀਆ, ਉੱਥੇ ਇੱਕ ਡੈਲਟਾ ਕ੍ਰੀਏਟ ਕਰਦੇ ਨੇਗੇ, ਡੈਲਟਾ ਜਿਹਨੂੰ ਬੋਲਦੇ ਨੇ ਸੁੰਦਰਬਨ ਡੈਲਟਾ। ਐਂਡ ਇੱਥੇ ਹੀ ਮੈਨਗ੍ਰੋਵਸ ਉੱਗੇ ਹੋਏ ਨੇਗੇ ਅਤੇ ਇਹ ਇੱਕ ਨੈਸ਼ਨਲ ਪਾਰਕ ਵੀ ਹੈ ਅਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀ ਹੈ ਜੋ ਡੈਲਟਾ ਦੇ ਮੂੰਹ 'ਤੇ ਉੱਗੇ ਹੋਏ ਨੇ ਮੈਨਗ੍ਰੋਵਸ, ਜੋ ਕਿ ਇੱਕ ਸੋਇਲ ਇਰੋਜ਼ਨ ਨੂੰ ਰੋਕਣ ਲਈ ਜਾਂ ਕਲਾਈਮੇਟ ਦੇ ਟਾਈਮ ਦੇ ਵਿੱਚ ਚੇਂਜ ਦੇ ਟਾਈਮ ਦੇ ਵਿੱਚ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਫੈਕਟਰ ਬਣਿਆ ਹੋਇਆ ਹੈਗਾ। ਇਸ ਤੋਂ ਬਾਅਦ ਡੈਲਟਾ ਦੀ ਆਪਾਂ ਗੱਲ ਕਰੀਏ, ਡੈਲਟਾ ਉਹ ਹੁੰਦਾ ਜਦੋਂ ਕੋਈ ਨਦੀ ਸਮੁੰਦਰ ਦੇ ਵਿੱਚ ਜਾ ਕੇ ਰਲਦੀ ਹੈ, ਬਟ ਸਿੱਧੀ ਰਲਣ ਦੀ ਬਜਾਏ ਉਹ ਸਾਈਡਾਂ ਤੋਂ ਨਾਲ ਲਾਈਕ ਟ੍ਰਿਬਿਊਟਰੀਜ਼ ਬਣਾ ਕੇ ਅਲੱਗ-ਅਲੱਗ ਹੋ ਕੇ ਕਈ ਪਾਰਟਸ ਦੇ ਵਿੱਚ ਵੰਡ ਕੇ ਇਸ ਤਰ੍ਹਾਂ ਉਹਦੇ ਵਿੱਚ ਰਲਦੀ ਹੈ ਸਮੁੰਦਰ ਦੇ ਵਿੱਚ। ਇਸ ਤਰ੍ਹਾਂ ਸਮੁੰਦਰ ਆ ਗਿਆ, ਇਹ ਨਦੀ ਐਂ ਸਿੱਧੀ ਜਾਣ ਦੀ ਬਜਾਏ ਪਾਰਟਸ ਦੇ ਵਿੱਚ ਹੋ ਜਾਂਦੀ ਹੈਗੀ, ਡਿਵਾਈਡ ਹੋ ਜਾਂਦੀ ਹੈਗੀ, ਇਸ ਤਰ੍ਹਾਂ ਜਾ ਕੇ ਸਮੁੰਦਰ ਦੇ ਵਿੱਚ ਰਲਦੀ ਹੈ ਤਾਂ ਉਹਨੂੰ ਬੋਲਦੇ ਨੇ ਡੈਲਟਾ। ਇਹ ਕਿਉਂ ਬਣਦੀ ਹੈ ਇਸ ਤਰ੍ਹਾਂ? ਜਿਹੜੀ ਵੀ ਨਦੀ ਹੈ ਜਿਹਦਾ ਜ਼ਿਆਦਾ ਲੰਬਾ ਰੂਟ ਹੋਊਗਾ, ਕਾਫੀ ਦੂਰ ਤੋਂ ਚੱਲੀ ਹੋਊਗੀ, ਉਹ ਉਸ ਤਰ੍ਹਾਂ ਦੀ ਡੈਪੋਜੀਸ਼ਨ ਮਿੱਟੀ ਕਣ ਆਪਦੇ ਨਾਲ ਲੈ ਕੇ ਆਊਗੀ ਅਤੇ ਉਹ ਸਮੁੰਦਰ ਦੇ ਇੱਕ ਤਲ ਦੇ ਸਾਹਮਣੇ ਆ ਕੇ ਇੱਥੇ ਡਿਪੋਜ਼ਿਟ ਕਰਨਾ ਸ਼ੁਰੂ ਕਰ ਦਿੰਦੀ ਹੈ। ਅਤੇ ਉਹ ਡਿਪੋਜ਼ਿਟ ਹੋਣ ਤੋਂ ਬਾਅਦ ਕਾਫੀ ਜ਼ਿਆਦਾ ਆਈਲੈਂਡ ਵਗੈਰਾ ਬਣ ਜਾਂਦੇ ਨੇ ਅਤੇ ਉਹਨੂੰ ਰੂਟ ਲੱਭਣਾ ਪੈਂਦਾ ਆਲੇ ਦੁਆਲਿਓਂ, ਸੋ ਡੈਲਟਾ ਬਣ ਜਾਂਦਾ। ਜੋ ਨਦੀ ਦਾ ਰਾਹ ਛੋਟਾ ਹੋਊਗਾ ਉਹ ਸਿੱਧੀ ਜਾ ਕੇ ਸਮੁੰਦਰ ਦੇ ਵਿੱਚ ਰਲ ਜੂਗੀ ਅਤੇ ਇਹਨੂੰ ਬੋਲਦੇ ਨੇ ਐਸਚੁਰੀ। ਜੋ ਸਿੱਧੀ ਜਾ ਕੇ ਰਲ ਜੂ ਉਹਨੂੰ ਬੋਲਦੇ ਨੇ ਐਸਚੁਰੀ। ਚਲੋ ਜੀ ਆਪਾਂ ਅੱਗੇ ਗੱਲ ਕਰੀਏ ਇਸ ਦੀ ਟੋਪੋਗ੍ਰਾਫੀ ਦੇ ਬਾਰੇ ਜੋ ਆਪਾਂ ਦੇਖ ਰਹੇ ਹਾਂਗੇ। ਹੁਣ ਪਲੇਨਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਇੱਥੇ ਬੇਸਿਕਲੀ ਤੁਹਾਡੇ ਆਹ ਏਰੀਆ ਦੇ ਵਿੱਚ ਪਾਏ ਜਾਂਦੇ ਨੇ ਅਰਾਵਲੀ, ਅਰਾਵਲੀ ਰੇਂਜ ਹੈ, ਅਰਾਵਲੀ ਪਰਬਤ, ਜਿਨ੍ਹਾਂ ਬਾਰੇ ਆਪਾਂ ਪੜ੍ਹਿਆ ਸੀ ਕਿ ਇਹ ਫੋਲਡ ਮਾਊਂਟੇਨਸ ਹੀ ਨੇ, ਬਟ ਬਹੁਤ ਹੀ ਜ਼ਿਆਦਾ ਪੁਰਾਣੀਆਂ ਮਾਊਂਟੇਨਸ ਨੇਗੀਆਂ ਜੋ ਬਹੁਤ ਹੀ ਪਹਿਲਾਂ ਦੀਆਂ ਬਣੀਆਂ ਹੋਈਆਂ ਸੀ ਅਤੇ ਅੱਜ ਦੇ ਟਾਈਮ 'ਚ ਇਹਨੂੰ ਬੁੱਢੀਆਂ ਜਾਂ ਓਲਡ ਮਾਊਂਟੇਨਸ ਵੀ ਕਿਹਾ ਜਾਂਦਾ ਹੈਗਾ। ਹੁਣ ਇਸ ਤੋਂ ਬਾਅਦ ਆਪਾਂ ਦੇਖੀਏ ਤਾਂ ਇਸ ਸਾਈਡ ਆ ਗਈ, ਜੋ ਇੱਧਰਲੀ ਸਾਈਡ 'ਤੇ ਤੁਹਾਡੇ ਕੋਲ ਪਾਏ ਜਾਂਦੇ ਨੇ ਜੀ ਵੈਸਟਰਨ ਘਾਟ। ਇਸ ਸਾਈਡ ਵੈਸਟਰਨ ਘਾਟ ਪਾਈ ਜਾਂਦੀ ਹੈ ਅਤੇ ਇਸ ਸਾਈਡ ਪਾਈ ਜਾਂਦੀ ਹੈ ਈਸਟਰਨ ਘਾਟ। ਹੁਣ ਮੋਸਟ ਆਫ ਜੋ ਤੁਹਾਡੇ ਰਿਵਰ ਨੇਗੇ ਸਾਊਥ ਇੰਡੀਆ ਦੇ ਵਿੱਚ ਆਹ ਵਾਲਾ ਤੁਹਾਡਾ ਏਰੀਆ ਆ ਗਿਆ ਜਿਹੜਾ ਇੰਨਾ, ਇਹ ਸੈਂਟਰਲ ਇੰਡੀਆ ਮੱਧ ਪ੍ਰਦੇਸ਼ ਆ ਗਿਆ। ਬਟ ਜੋ ਆਹ ਵਾਲਾ ਏਰੀਆ ਇਸ ਤੋਂ ਲੈ ਕੇ ਨੀਚੇ ਤੱਕ ਦਾ ਇਹ ਸਾਰਾ ਪਲੇਟੂ ਅਖਵਾਉਂਦਾ, ਜਿਹਨੂੰ ਬੋਲਦੇ ਆਪਾਂ ਡੈਕਨ ਪਲੇਟੂ। ਡੈਕਨ ਪਲੇਟੂ ਜਿਹੜੇ ਆਪਾਂ ਪੜ੍ਹ ਲਏ ਸੀ ਕਿਸ ਤਰ੍ਹਾਂ ਫਾਰਮ ਹੋਇਆ ਸੀ, ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਦੇਖਿਆ ਸੀਗਾ ਕਿਸ ਤਰ੍ਹਾਂ ਡੈਕਨ ਪਲੇਟੂ ਫਾਰਮ ਹੋਇਆ। ਸੋ ਬੇਸਿਕਲੀ ਆਪਾਂ ਜ਼ਿਆਦਾ ਐਕਸਪਲੇਨੇਸ਼ਨ ਦੇ ਵਿੱਚ ਨਹੀਂ ਜਾਵਾਂਗੇ। ਇਸ ਸਾਈਡ ਦੀਆਂ ਜੋ ਤੁਹਾਡੀਆਂ ਨਦੀਆਂ ਫਾਰਮ ਹੋ ਰਹੀਆਂ ਨੇਗੀਆਂ, ਜਿਸ ਤਰ੍ਹਾਂ ਆਪਾਂ ਪੰਜ ਦੇਖਿਆ ਅਰਬਨ ਸੀਏਚ ਨੇਗੀਆਂ, ਇੱਥੇ ਸਿਰਫ ਤੁਹਾਡੇ ਕੋਲ ਓਨਲੀ 3 ਨਦੀਆਂ ਨੇ। ਇੱਕ ਤਾਂ ਹੋਊਗੀ ਲੂਨੀ। ਲੂਨੀ ਕੀ ਹੈ ਤੁਹਾਡੀ ਬੇਸਿਕਲੀ ਜੋ ਰਨ ਆਫ ਕੱਛ ਹੈਗੀ ਗੁਜਰਾਤ ਦੀ, ਉਹਦੇ ਵਿੱਚ ਜਾ ਕੇ ਸਮਾਪਤ ਹੋ ਜਾਂਦੀ ਹੈ, ਉਹ ਸਮੁੰਦਰ ਦੇ ਵਿੱਚ ਨਹੀਂ ਰਲਦੀ। ਉਸ ਤੋਂ ਬਾਅਦ ਤੁਹਾਡੇ ਕੋਲ ਇੰਪੋਰਟੈਂਟ ਜੋ 3 ਰਿਵਰ ਆ ਜਾਂਦੀਆਂ ਨੇ, ਇੱਕ ਆ ਗਈ ਰਿਵਰ ਮਾਹੀ, ਨਰਮਦਾ ਐਂਡ ਤਾਪੀ। ਰਿਵਰ ਮਾਹੀ ਇੱਥੋਂ ਜਾ ਰਹੀ ਆ, ਨਰਮਦਾ ਇੱਥੋਂ ਹੈ ਐਂਡ ਤਾਪੀ। ਸੋ ਬੇਸਿਕਲੀ ਇਹੀ ਨਦੀਆਂ ਨੇ ਜੋ ਅਰਬਨ ਸੀ ਦੇ ਵਿੱਚ ਡਿੱਗ ਰਹੀਆਂ ਨੇ ਜਾਂ ਅਰਬਨ ਸੀ ਦੇ ਵਿੱਚ ਰਲ ਰਹੀਆਂ ਨੇ। ਉਸ ਤੋਂ ਬਾਅਦ ਤੁਹਾਡੇ ਕੋਲ ਇਸ ਸਾਈਡ ਦੇ ਵਿੱਚ ਕੋਈ ਵੱਡੀ ਮੇਜਰ ਨਦੀ ਨਹੀਂ ਆਊਗੀ ਜੋ ਇੱਧਰ ਅਰਬਨ ਸੀ ਦੇ ਵਿੱਚ ਜਾ ਕੇ ਡੈਪੋਜੀਸ਼ਨ ਕਰੂਗੀ। ਕਿਉਂ ਨਹੀਂ ਕਰੂਗੀ? ਕਿਉਂਕਿ ਤੁਹਾਡੀਆਂ ਇਸ ਸਾਈਡ ਦੇ ਵਿੱਚ ਕੀ ਆ ਗਈਆਂ, ਵੈਸਟਰਨ ਘਾਟਸ ਆ ਗਈਆਂ।
ਹੁਣ ਵੈਸਟਰਨ ਘਾਟਸ ਤੁਹਾਡੀਆਂ ਕੋਸਟਲ ਦੇ ਜ਼ਿਆਦਾ ਹੀ ਨੇੜੇ ਨੇ ਤੇ ਉਹ ਮੀਂਹ ਪੈਂਦਾ ਤਾਂ ਮੀਂਹ ਪੈ ਕੇ ਥੋੜ੍ਹੇ ਛੋਟੇ ਨਹਿਰਾਂ ਨਦੀਆਂ ਰਾਹੀਂ ਇੱਕਦਮ ਸਮੁੰਦਰ ਦੇ ਵਿੱਚ ਡਿੱਗਦਾ ਰਹਿੰਦਾ ਜਿੰਨਾ ਵੀ ਮੀਂਹ ਪੈਂਦਾ ਹੈਗਾ। ਉਹਨਾਂ ਨੂੰ ਇੱਕ ਵੱਡੀ ਨਦੀ ਬਣ ਲਈ ਇੱਕ ਬਹੁਤ ਕੋਈ ਜ਼ਿਆਦਾ ਰੂਟ ਮਿਲਦਾ ਹੀ ਨਹੀਂ ਕਿ ਬਹੁਤ ਵੱਡੀ ਇੱਕ ਨਦੀ ਬਣ ਸਕੇ, ਜਿਸ ਤਰ੍ਹਾਂ ਆਪਣੇ ਲਈ ਨਰਮਦਾ, ਤਾਪੀ ਜਾਂ ਮਣੀਆਂ ਜਾਂ ਗੰਗੇਜ਼ ਬਣ ਰਹੀਆਂ ਨੇ। ਇਸੇ ਕਰਕੇ ਨਾਲ ਦੀਆਂ ਡਿੱਗ ਰਹੀਆਂ, ਇਸ ਕਰਕੇ ਕੋਈ ਮੇਜਰ ਨਦੀ ਇੱਧਰ ਪਾਈ ਨਹੀਂ ਜਾਂਦੀ। ਇਸ ਸਾਈਡ ਆਪਣੇ ਕੋਲ ਬਹੁਤ ਹੀ ਮੇਜਰ ਨਦੀਆਂ ਪਾਈਆਂ ਜਾਂਦੀਆਂ ਅਤੇ ਵੱਡੀਆਂ ਨਦੀਆਂ ਵੀ ਪਾਈਆਂ ਜਾਂਦੀਆਂ ਨੇਗੀਆਂ, ਉਹ ਆਪਾਂ ਜਿਹੜੀਆਂ ਹੈਗੀਆਂ ਦੇਖ ਲੈਂਦੇ ਹੈਗੇ। ਇਸ ਤੋਂ ਬਾਅਦ ਹੀ ਇੱਥੇ ਮਾਹੀ ਦੇ ਨੀਚੇ ਤੇ ਨਰਮਦਾ ਵਿਚਾਲੇ ਇੱਥੇ ਤੁਹਾਡੇ ਲਈ ਪਾਈ ਜਾਂਦੀ ਹੈ ਵਿਦਿਆਨ ਰੇਂਜ। ਜੋ ਆਪਾਂ ਵਿੰਧਿਅਨ ਰੇਂਜ ਦੇਖੀ ਸੀ, ਜੋ ਮਾਊਂਟੇਨਸ ਕਿਸ ਤਰ੍ਹਾਂ ਫਾਰਮ ਹੋਈਆਂ, ਉਹਦੇ ਵਿੱਚ ਆਪਾਂ ਵਿੰਧਿਅਨ ਰੇਂਜ ਦਾ ਇੱਕ ਜ਼ਿਕਰ ਕੀਤਾ ਸੀ। ਇਸ ਦੇ ਨਾਲ ਹੀ ਇੱਥੇ ਪਾਇਆ ਜਾਂਦਾ ਮਾਲਵਾ ਪਲੇਟੂ। ਮਾਲਵਾ ਪਲੇਟੂ। ਉਸ ਤੋਂ ਬਾਅਦ ਆਪਣੇ ਕੋਲ ਜੋ ਇੰਪੋਰਟੈਂਟ ਨਦੀ ਆ ਜਾਂਦੀ ਹੈ ਉਹ ਛੱਤੀਸਗੜ੍ਹ ਦੇ ਨਾਲ ਇੱਥੇ ਪਾਈ ਜਾਂਦੀ ਹੈ ਜੀ, ਰਿਵਰ ਮਹਾਨਦੀ। ਮਹਾਨਦੀ ਰਿਵਰ ਪਾਈ ਜਾਂਦੀ ਹੈ, ਜਿਸ 'ਤੇ ਕਿ ਹੀਰਾਕੁੰਡ ਡੈਮ ਬਣਿਆ ਹੋਇਆ, ਜੋ ਬਹੁਤ ਹੀ ਵੱਡਾ ਡੈਮ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਰਿਵਰ ਗੋਦਾਵਰੀ, ਇੱਥੋਂ ਚੱਲ ਕੇ ਇਸ ਸਾਈਡ ਦੇ ਵਿੱਚ ਪਾਈ ਜਾਂਦੀ ਹੈ ਗੋਦਾਵਰੀ। ਗੋਦਾਵਰੀ ਜਿਸ ਦੇ ਕਿ ਕੰਢੇ ਸਿੱਖਾਂ ਦਾ ਇੱਕ ਬਹੁਤ ਹੀ ਪ੍ਰੋਮੀਨੈਂਟ ਰਿਲੀਜੀਅਸ ਪਲੇਸ ਹੈ, ਜਿਸ ਨੂੰ ਕਿ ਤੁਸੀਂ ਤਖਤ ਹਜੂਰ ਸਾਹਿਬ ਬੋਲਦੇ ਹੋ। ਇਸ ਤੋਂ ਬਾਅਦ ਆ ਜਾਂਦੀ ਹੈ ਰਿਵਰ ਕ੍ਰਿਸ਼ਨਾ। ਹੋਰ ਆਪਾਂ ਸਾਊਥ ਵੱਲ ਜਾਈਏ ਤਾਂ ਆਪਾਂ ਆਪਣੇ ਕੋਲ ਇੱਥੇ ਇੱਕ ਇੰਪੋਰਟੈਂਟ ਰਿਵਰ ਆ ਜਾਂਦੀ ਹੈ, ਰਿਵਰ ਕਾਵੇਰੀ। ਕਾਵੇਰੀ ਜੋ ਕਿ ਜਿਹਦੇ ਪਾਣੀ ਦੇ ਲਈ ਕਰਨਾਟਕਾ ਐਂਡ ਕੇਰਲਾ ਅਤੇ ਤਾਮਿਲਨਾਡੂ ਦਾ ਡਿਸਪਿਊਟ ਚੱਲਦਾ ਰਹਿੰਦਾ ਹੈਗਾ। ਕਾਵੇਰੀ ਇਹ ਵੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਿਵਰ ਹੈ। ਇਸ ਤੋਂ ਬਾਅਦ ਇਸ ਸਾਈਡ 'ਤੇ ਇੱਥੇ ਤੁਹਾਡੇ ਕੋਲ ਕੁਛ ਹਿਲਸ ਪਾਈਆਂ ਜਾਂਦੀਆਂ ਨੇਗੀਆਂ, ਇਹਨਾਂ ਨੂੰ ਬੋਲਦੇ ਨੇ ਅੰਨਾਮਲਾਈ ਹਿਲਸ। ਠੀਕ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਜੋ ਆਹ ਵਾਲਾ ਕੋਸਟ ਆ ਗਿਆ, ਇਸ ਸਾਈਡ ਦਾ ਕੋਸਟ ਆ ਗਿਆ, ਇਹਨੂੰ ਬੋਲਦੇ ਨੇ ਮਾਲਾਬਾਰ ਕੋਸਟ। ਐਂਡ ਜੋ ਆਪਣੇ ਲਈ ਇਸ ਸਾਈਡ ਦੂਸਰੀ ਸਾਈਡ ਦਾ ਕੋਸਟ ਹੈ, ਇਹਨੂੰ ਬੋਲਦੇ ਨੇਗੇ ਕੋਰੋਮੰਡਲ। ਇਸ ਸਾਈਡ ਦੇ ਕੋਸਟ ਨੂੰ ਬੋਲਦੇ ਨੇ ਕੋਰੋਮੰਡਲ ਕੋਸਟ। ਐਂਡ ਜੋ ਤੁਹਾਡਾ ਪਾਣੀ ਦੀ ਇੱਕ ਨੈਰੋ ਨਦੀ ਹੈ, ਸਟੇਟ ਹੈ, ਜੋ ਇੰਡੀਆ ਅਤੇ ਸ਼੍ਰੀਲੰਕਾ ਨੂੰ ਵੱਖ ਕਰਦੀ ਹੈ ਆਪਸ ਦੇ ਵਿੱਚ, ਇਹ ਵਾਲੀ ਆ ਜੋ ਸਟੇਟ ਹੈ ਇਹਨੂੰ ਬੋਲਦੇ ਨੇ ਪਾਕ ਸਟੇਟ। ਇਹ ਹੋ ਗਈ ਤੁਹਾਡੀ ਪਾਕ ਸਟੇਟ। ਇਸ ਤੋਂ ਬਾਅਦ ਇੰਡੀਆ ਦੇ ਇਸ ਸਾਈਡ 'ਤੇ ਆਈਲੈਂਡ ਪਾਏ ਜਾਂਦੇ ਨੇ, ਇਹ ਨੇਗੇ ਅੰਡਾਮਾਨ ਐਂਡ ਨਿਕੋਬਾਰ ਆਈਲੈਂਡਸ, ਜੋ ਇਸ ਸਾਈਡ 'ਤੇ ਪਾਏ ਜਾਂਦੇ ਨੇ, ਜਿਨ੍ਹਾਂ ਬਾਰੇ ਆਪਾਂ ਗੱਲ ਕੀਤੀ ਸੀ ਅਟੋਲਸ ਦੇ ਨਾਲ ਫਾਰਮ ਹੋਏ ਨੇਗੇ। ਇਹ ਬੜੇ ਛੋਟੇ ਪਾਏ ਜਾਂਦੇ ਨੇ, ਇਹਨਾਂ ਨੂੰ ਬੋਲਦੇ ਨੇ ਲਕਸ਼ਦੀਪ। ਸੋ ਬੇਸਿਕਲੀ ਇਹ ਵੀ ਇੰਡੀਆ ਦੇ ਹੀ ਪਾਰਟ ਨੇ, ਜੋ ਲਕਸ਼ਦੀਪ ਆਈਲੈਂਡ ਪਾਏ ਜਾਂਦੇ ਨੇਗੇ। ਇਸ ਤੋਂ ਬਾਅਦ ਆਪਾਂ ਕੰਟਰੀਜ਼ ਦੀ ਗੱਲ ਕਰੀਏ ਨਾਲ, ਤਾਂ ਇੱਥੇ ਜੀ ਆਹ ਹੋਊਗੀ ਤੁਹਾਡੀ ਜੋ ਬਿਲਕੁਲ ਇੱਕ ਸੈਕਟਰ ਬਣ ਰਿਹਾ ਨੇਪਾਲ। ਇਸ ਤੋਂ ਬਾਅਦ ਹੋ ਗਈ ਭੂਟਾਨ। ਇਸ ਤੋਂ ਬਾਅਦ ਨੀਚੇ ਆ ਗਈ ਬੰਗਲਾਦੇਸ਼, ਤੁਹਾਡੀ ਕੰਟਰੀ ਆ ਗਈ। ਅਤੇ ਸਾਰਿਆਂ ਨੂੰ ਜ਼ਿਆਦਾ ਤੁਹਾਡਾ ਲੰਬਾ ਬਾਰਡਰ ਜੋ ਹੈ ਉਹ ਆਪਾਂ ਬੰਗਲਾਦੇਸ਼ ਨਾਲ ਸ਼ੇਅਰ ਕਰਦੇ ਹਾਂ, ਚਾਈਨਾ ਜਾਂ ਪਾਕਿਸਤਾਨ ਨਾਲ ਨਹੀਂ, ਬਟ ਬੰਗਲਾਦੇਸ਼ ਨਾਲ ਆਪਾਂ ਸਾਰਿਆਂ ਨੂੰ ਲੰਬਾ ਬਾਰਡਰ ਸ਼ੇਅਰ ਕਰਦੇ ਹਾਂ। ਇਸ ਤੋਂ ਬਾਅਦ ਇੱਧਰ ਆ ਗਈ ਤਿੱਬਤ, ਜੋ ਕਿ ਚਾਈਨਾ ਦਾ ਹੀ ਪਾਰਟ ਅੱਜ ਕੱਲ੍ਹ। ਤਿੱਬਤ ਬੇਸਿਕਲੀ ਤੁਹਾਡਾ ਪਹਿਲਾਂ ਆਟੋਨੋਮਸ ਰੀਜਨ ਰਿਹਾ ਹੋਇਆ ਹੈਗਾ, ਬਟ ਚਾਈਨਾ ਨੇ ਇਹਨੂੰ ਓਕੂਪਾਈ ਕਰ ਲਿਆ ਅਤੇ ਦਲਾਈ ਲਾਮਾ ਨੂੰ ਉੱਥੋਂ ਭੱਜਣਾ ਪਿਆ ਸੀਗਾ 1962 ਦੇ ਵਿੱਚ, ਜਿਹਦੇ ਕਰਕੇ ਲੜਾਈ ਹੋਈ ਚਾਈਨਾ ਦੇ ਨਾਲ। ਇੱਧਰ ਆ ਗਿਆ ਚਾਈਨਾ। ਇਸ ਤੋਂ ਬਾਅਦ ਆਪਾਂ ਪਾਕਿਸਤਾਨ ਨਾਲ ਇੱਥੇ ਬਾਰਡਰ ਸ਼ੇਅਰ ਕਰਦੇ ਹਾਂ। ਅਤੇ ਆਹ ਥੋੜ੍ਹੀ ਜਿਹੀ ਜੋ ਟਿਪ ਹੈਗੀ ਇੱਥੇ 128-30 ਕਿਲੋਮੀਟਰ ਨਾਲ ਦਾ ਉਹ ਬਾਰਡਰ ਹੈਗਾ, 146 ਆਈ ਥਿੰਕ, ਇਹ ਅਫਗਾਨਿਸਤਾਨ ਨਾਲ ਹੈਗਾ। ਸੋ ਬੇਸਿਕਲੀ ਇਹ ਆਪਾਂ ਇੰਟਰਨੈਸ਼ਨਲ ਕੰਟਰੀਜ਼ ਨਾਲ ਹੈਗਾ ਜੋ ਬਾਰਡਰ ਸ਼ੇਅਰ ਕਰ ਦਿਆਂਗੇ। ਨੀਚੇ ਆ ਗਈ ਇੱਥੇ ਸ਼੍ਰੀਲੰਕਾ, ਇਹ ਤੁਹਾਡਾ ਬਾਰਡਰ ਸ਼ੇਅਰ ਹੋ ਗਿਆ ਇਹਨਾਂ ਦੇ ਨਾਲ। ਇਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਡੈਜ਼ਰਟ ਦੀ। ਆਪਣੇ ਇੰਡੀਆ ਦੇ ਵਿੱਚ ਬੇਸਿਕਲੀ ਇੱਕ ਮੇਨ ਹੀ ਡੈਜ਼ਰਟ ਪਾਇਆ ਜਾਂਦਾ ਜੋ ਇੱਥੇ ਆ, ਜਿਹਨੂੰ ਬੋਲਦੇ ਆ ਥਾਰ ਮਾਰੂਥਲ, ਜਾਂ ਤੁਸੀਂ ਇਹਨੂੰ ਦੂਸਰੀ ਵਰਡਸ ਦੇ ਵਿੱਚ ਕਹਿ ਸਕਦੇ ਹੋਗੇ ਗ੍ਰੇਟ ਇੰਡੀਅਨ ਡੈਜ਼ਰਟ। ਗ੍ਰੇਟ ਇੰਡੀਅਨ ਡੈਜ਼ਰਟ ਜੋ ਰਾਜਸਥਾਨ ਦੇ ਵਿੱਚ ਪਾਇਆ ਜਾਂਦਾ ਜੀ। ਚਲੋ ਜੀ, ਇੱਕ ਤੁਹਾਡੀ ਇੱਕ ਹੋਰ ਇਹਦੇ ਵਿੱਚ ਪੁਆਇੰਟ ਬਣ ਜਾਏਗਾ ਜੋ ਬੇਸਿਕਲੀ ਹੈ ਟ੍ਰੋਪਿਕ ਆਫ ਕੈਂਸਰ, ਕਰਕ ਰੇਖਾ ਕਿੱਥੋਂ ਦੀ ਗੁਜ਼ਰਦੀ ਹੈ? ਉਹ ਤੁਹਾਡੇ ਬਿਲਕੁਲ ਸੈਂਟਰ ਆਫ ਇੰਡੀਆ ਦੇ ਵਿੱਚ ਗੁਜ਼ਰਦੀ ਹੈ ਜੀ।
ਇਹ ਤੁਹਾਡੇ ਲਈ ਕੁਐਸਚਨ ਰਹੇਗਾ ਕਿਹੜੀਆਂ ਕੰਟਰੀਜ਼ ਦੇ ਵਿੱਚ ਦੀ ਸੌਰੀ ਸਟੇਟਸ ਦੇ ਵਿੱਚ ਦੀ ਗੁਜ਼ਰਦੀ ਆ, ਤੇ ਮੋਸਟ ਇੰਪੋਰਟੈਂਟ ਇਹ ਕੁਐਸਚਨ ਬਣ ਵੀ ਸਕਦਾ ਕਿ ਕਿਹੜੇ ਸਟੇਟਸ ਦੇ ਵਿੱਚ ਵੀ ਗੁਜ਼ਰਦੀ ਆ, ਉਹਨਾਂ ਨੂੰ ਚੂਜ਼ ਕਰੋ। ਜਾਂ ਤੁਹਾਨੂੰ ਸਟੇਟਸ ਦੇ ਦੇਣਗੇ, ਤੁਸੀਂ ਉਹਨਾਂ ਦਾ ਆਰਡਰ ਚੂਜ਼ ਕਰੋ, ਕਿਹੜੇ ਆਰਡਰ ਦੇ ਵਿੱਚ ਉਹ ਲੱਗੀਆਂ ਹੋਈਆਂ ਸਹੀ, ਜੋ ਸਟੇਟ ਉਹਦੇ ਜੋ ਗੁਜ਼ਰਦੀ ਆ, ਪਹਿਲਾਂ ਕਿਹੜੀ ਗੁਜਰਾਤ ਆਉਂਦੀ, ਮਹਾਰਾਸ਼ਟਰ ਆਉਂਦੀ, ਕਿਹੜੀ ਆਉਂਦੀ ਆ, ਜਾਂ ਪਹਿਲਾਂ ਉਸ ਸਾਈਡ ਤੋਂ ਕਿਹੜੀ ਆਉਂਦੀ ਆ। ਸੋ ਇਹ ਬੇਸਿਕਲੀ ਤੁਹਾਡਾ ਕੰਮ ਹੈ ਜੋ ਕਰਕ ਰੇਖਾ ਆਪਣੀ ਗੁਜ਼ਰਦੀ ਆ ਉਹਦੇ ਬਾਰੇ ਚੈੱਕ ਕਰਨਾ। ਆਪਾਂ ਹੋਰ ਇਹਦੇ ਬਾਰੇ ਅਗਰ ਜਾਣੀਏ ਤਾਂ ਇੱਥੇ ਗੰਗਾਸ ਦੇ ਵਿੱਚ ਜੋ ਗੰਗਾ ਜਾ ਰਹੀ ਸੀ ਆਪਣੀ, ਇਹਦੇ ਵਿੱਚ ਰਿਵਰ ਸੋਨ ਰਲਦਾ, ਇੱਕ ਇੱਥੇ ਰਲਦਾ ਕੋਸੀ, ਇੱਕ ਰਿਵਰ ਰਲਦਾ ਇੱਥੇ ਗੰਡਕ, ਤੇ ਇੱਕ ਆਉਂਦਾ ਜੀ ਇੱਥੋਂ ਹੀ ਘੱਗਰ। ਇਹਦੀਆਂ ਲੈਫਟ ਹੈਂਡ ਸਾਈਡ ਟ੍ਰਿਬਿਊਟਰੀਜ਼ ਨੇ ਘੱਗਰ, ਗੰਡਕ, ਕੋਸੀ। ਐਂਡ ਜੋ ਕੋਸੀ ਰਿਵਰ ਹੈਗਾ ਉਹ ਤੁਹਾਡਾ ਬੇਸਿਕਲੀ ਮੰਨਿਆ ਜਾਂਦਾ ਸੋਰੋ ਆਫ ਬਿਹਾਰ। ਕੋਸੀ ਰਿਵਰ ਨੂੰ ਬੋਲਿਆ ਜਾਂਦਾ ਬਿਹਾਰ ਦਾ ਦੁੱਖ, ਕਿਉਂਕਿ ਜਦ ਵੀ ਪਾਣੀ ਚੜ੍ਹਦਾ ਉਹਦੇ ਵਿੱਚ ਤਾਂ ਬਿਹਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਫਲੱਡ ਆਉਂਦੇ ਨੇ, ਅਤੇ ਬਹੁਤ ਹੀ ਜ਼ਿਆਦਾ ਉਸ ਦੇ ਨਾਲ ਤਬਾਹੀ ਕ੍ਰੀਏਟ ਹੁੰਦੀ ਹੈਗੀ। ਅਤੇ ਇਸ ਤੋਂ ਬਾਅਦ ਆਪਾਂ ਅਗਰ ਨਾਰਥ ਈਸਟ ਸਟੇਟ ਦੀ ਗੱਲ ਕਰੀਏ ਤਾਂ ਇੱਥੇ ਪਾਈ ਜਾਂਦੇ ਨੇ ਖਾਸੀ ਹਿਲਸ। ਖਾਸੀ ਹਿਲਸ ਜੋ ਆਪਾਂ ਫੇਮਸਲੀ ਨਾਮ ਸੁਣਦੇ ਨੇ ਗਾਰੋ ਖਾਸੀ, ਉਹ ਹਿਲਸ ਇੱਥੇ ਨਾਰਥ ਈਸਟਰਨ ਕੰਟਰੀਜ਼ ਦੇ ਵਿੱਚ ਪਾਏ ਜਾਂਦੇ ਆ। ਅਗਰ ਇਹਨੂੰ ਡਿਸਟਰੀਬਿਊਟ ਵੀ ਕਰੀਏ, ਇਹ ਵਾਲਾ ਆ ਜਾਂਦਾ ਜੀ ਤੁਹਾਡਾ ਨਾਰਥ ਇੰਡੀਆ, ਇਹ ਆ ਜਾਂਦਾ ਵੈਸਟਰਨ ਇੰਡੀਆ, ਇਹ ਆ ਜਾਂਦਾ ਸੈਂਟਰਲ ਇੰਡੀਆ, ਇਹ ਆ ਜਾਂਦਾ ਸਦਰਨ ਇੰਡੀਆ, ਅਤੇ ਇਹ ਵਾਲੇ ਇੰਡੀਆ ਨੂੰ ਬੇਸਿਕਲੀ ਤੁਹਾਡੇ ਕਿਹਾ ਜਾਂਦਾ ਹੈਗਾ ਨਾਰਥ ਈਸਟਰਨ ਸਟੇਟਸ, ਜਾਂ ਇਹਨਾਂ ਨੂੰ 7 ਸਿਸਟਰਸ ਵੀ ਬੋਲਿਆ ਜਾਂਦਾ, ਜੋ ਇੱਥੇ ਆਪਣੇ ਸਟੇਟਸ ਪਾਈਆਂ ਜਾਂਦੀਆਂ ਨੇਗੀਆਂ। ਹੁਣ ਜੇ ਆਪਾਂ ਦੇਖ ਲਈਏ ਇੱਕ ਇਹਨਾਂ ਦੇ ਜੋ ਫੈਕਟਸ ਨੇ ਮੇਨ ਕਿਹੜੇ ਨੇਗੇ ਜੋ ਸਿੱਧੇ ਕੁਐਸਚਨ ਦੇ ਵਿੱਚ ਆ ਜਾਂਦੇ ਨੇਗੇ। ਇੱਕ ਤਾਂ ਬੇਸਿਕਲੀ ਹੋ ਗਿਆ ਜੀ ਤੁਹਾਡਾ ਲੈਟੀਟਿਊਡ ਐਕਸਟੈਂਟ ਕੀ ਹੈਗਾ, ਇੰਡੀਆ ਕਿਹੜੇ ਲੈਟੀਟਿਊਡ 'ਤੇ ਕਿੰਨੇ 'ਤੇ ਪਾਇਆ ਜਾਂਦਾ ਹੈਗਾ। ਉਹਦੇ ਵਿੱਚ ਤੁਸੀਂ ਦੇਖੋਗੇ ਕਿ ਇੰਡੀਆ ਜੋ ਹੈ 8.8 ਡਿਗਰੀ 4 ਮਿੰਟ ਨਾਰਥ, ਅਤੇ ਸਾਊਥ ਦੇ ਵਿੱਚ ਜੋ ਹੈ 37 ਡਿਗਰੀ 6 ਮਿੰਟ ਨਾਰਥ। ਇਹ ਇੰਨਾ ਇਹਦਾ ਲੈਟੀਟਿਊਡਨਲ ਐਕਸਟੈਂਟ ਹੈ, ਇੰਨਾ ਇਹ ਪਾਇਆ ਜਾਂਦਾ। ਲੌਂਗੀਟਿਊਡਨਲ ਆਪਾਂ ਦੇਖ ਲਈਏ, ਲੌਂਗੀਟਿਊਡਨਲ ਦੇ ਉੱਤੇ ਇਹ ਪਾਇਆ ਜਾਂਦਾ 68 ਡਿਗਰੀ 7 ਮਿੰਟ ਈਸਟ ਟੂ 97 ਡਿਗਰੀ 97 ਡਿਗਰੀ 25 ਮਿੰਟ ਈਸਟ। ਇਹ ਇਹਦਾ ਹੀ ਲੌਂਗੀਟਿਊਡਨਲ ਐਕਸਟੈਂਟ ਪਾਇਆ ਜਾਂਦਾ ਹੈ ਇੰਡੀਆ ਦਾ। ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਨਾਰਥ ਤੋਂ ਸਾਊਥ ਤੱਕ ਲੈ ਕੇ ਇੰਡੀਆ ਦੀ ਜੋ ਲੰਬਾਈ ਹੈ ਉਹ 3214 ਕਿਲੋਮੀਟਰ ਹੈ, 3214 ਕਿਲੋਮੀਟਰ। ਇਸ ਤੋਂ ਬਾਅਦ ਈਸਟ ਟੂ ਵੈਸਟ ਜੋ ਇਹਦਾ ਐਕਸਟੈਂਡ ਹੈ ਉਹ ਹੈ 2933 ਕਿਲੋਮੀਟਰ। ਜੋ ਲੈਂਡ ਫਰੰਟੀਅਰਸ ਨੇ ਇੰਡੀਆ ਦੇ, ਜੋ ਆ ਲੈਂਡ ਦੇ ਨਾਲ ਲੱਗਦੇ ਨੇਗੇ ਸਾਰੇ, ਜਿੱਥੋਂ ਲੈ ਕੇ 3 ਪਾਇਆ ਜਾਂਦਾ, ਇਹ ਤੁਹਾਡੇ ਕੋਲ ਹੈ ਜੀ 15,200 ਕਿਲੋਮੀਟਰ। ਐਂਡ ਜੋ ਤੁਹਾਡੇ ਕੋਲ ਟੋਟਲ ਕੋਸਟ ਲਾਈਨ ਹੈ ਸਮੁੰਦਰ ਦੇ ਨਾਲ ਲੱਗਦੀ ਹੈ, ਜੋ ਜਿੰਨਾ ਤੱਟ ਤੁਹਾਡਾ ਸਮੁੰਦਰ ਦੇ ਨਾਲ ਲੱਗਦਾ ਉਹ ਹੈ 7516 ਕਿਲੋਮੀਟਰ। ਟੋਟਲ ਨੰਬਰ ਆਫ ਸਟੇਟਸ ਇੰਡੀਆ ਦੇ ਵਿੱਚ 28 ਨੇ। ਕਿਹੜੀਆਂ ਸਟੇਟਸ ਨੇ, ਕਿਹੜੇ ਉਹਨਾਂ ਦੀਆਂ ਅੱਗੇ ਕੈਪੀਟਲਸ ਨੇ, ਇਹ ਦੇਖਣਾ ਤੁਹਾਡਾ ਕੰਮ ਹੈ। ਟੋਟਲ ਨੰਬਰ ਆਫ ਸਟੇਟਸ 28 ਨੇ ਗੀਆਂ। ਆਈ ਨੋ ਸਮ ਡਾਊਟ ਕਰ ਰਹੇ ਹੋਣਗੇ ਕਿ ਤੇਲੰਗਾਨਾ 29 ਸੀ, ਬਟ ਯੂਟੀਜ਼ ਜੋ ਹੈ ਜੰਮੂ ਐਂਡ ਕਸ਼ਮੀਰ ਦੀਆਂ ਐਡ ਹੋ ਗਈਆਂ। ਇੱਕ ਜੰਮੂ ਐਂਡ ਕਸ਼ਮੀਰ ਯੂਟੀ ਹੋਈ, ਅਤੇ ਇੱਕ ਤੁਹਾਡੇ ਕੋਲ ਨਵੀਂ ਕ੍ਰੀਏਟ ਹੋਈ ਜੰਮੂ ਯੂਟੀ ਲੱਦਾਖ। ਸੋ ਉਸ ਦੇ ਨਾਲ ਤੁਹਾਡੇ ਕੋਲ 28 ਸਟੇਟਸ ਹੀ ਬਾਕੀ ਰਹਿ ਗਈਆਂ ਨੇ। ਐਂਡ ਜੋ ਯੂਟੀਜ਼ ਨੇ ਹੈਗੀਆਂ, ਯੂਟੀਜ਼ ਯੂਨੀਅਨ ਟੈਰੀਟਰੀਜ਼ ਹੋ ਗਈਆਂ, ਜੋ ਸੈਂਟਰ ਵੱਲੋਂ ਕੀਤੀਆਂ ਜਾਂਦੀਆਂ ਨੇ, ਲੀਡ ਕੀਤੀਆਂ ਜਾਂਦੀਆਂ ਡਾਇਰੈਕਟਲੀ, ਉਹ ਤੁਹਾਡੇ ਕੋਲ ਨੇ 8। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਲੈਂਡ ਨੇਬਰਸ, ਆਪਾਂ ਦੇਖ ਲਿਆ ਆਪਣੇ ਲਈ ਕਿਹੜੇ ਨੇਗੇ, ਅਤੇ ਲੌਂਗੈਸਟ ਕੋਸਟ ਲਾਈਨ ਕਿਹੜੀ ਸਟੇਟ ਨਾਲ ਪਾਈ ਜਾਂਦੀ ਹੈ, ਉਹ ਗੁਜਰਾਤ ਨਾਲ ਪਾਈ ਜਾਂਦੀ ਹੈ ਜੀ। ਅਤੇ ਲੌਂਗੈਸਟ ਬਾਰਡਰ ਆਪਾਂ ਕਿਸੇ ਨਾਲ ਸ਼ੇਅਰ ਕਰ ਦਿਆਂਗੇ, ਬੰਗਲਾਦੇਸ਼ ਨਾਲ। ਐਕਟਿਵ ਵੋਲਕੈਨੋ ਇੰਡੀਆ ਦੇ ਵਿੱਚ ਕਿਹੜਾ, ਉਹ ਅੰਡੇਮਾਨ ਦੇ ਵਿੱਚ ਪਾਇਆ ਜਾਂਦਾ ਬੈਰਨ ਆਈਲੈਂਡ। ਬੈਰਨ ਆਈਲੈਂਡ ਅੰਡੇਮਾਨ ਦੇ ਵਿੱਚ ਪਾਇਆ ਜਾਂਦਾ, ਜੋ ਕਿ ਐਕਟਿਵ ਵੋਲਕੈਨੋ ਹੈ। ਅਤੇ ਆਪਣਾ ਸਦਰਨ ਮੋਸਟ ਪੁਆਇੰਟ ਹੈ ਜੋ ਇੰਡੀਆ ਦਾ, ਉਹ ਹੈਗਾ ਗਾ ਇੰਦਰਾ ਪੁਆਇੰਟ। ਇੰਦਰਾ ਪੁਆਇੰਟ ਸਦਰਨ ਮੋਸਟ ਪੁਆਇੰਟ ਹੈ, ਜੋ ਕਿ ਗ੍ਰੇਟ ਨਿਕੋਬਾਰ ਦੇ ਵਿੱਚ ਪਾਇਆ ਜਾਂਦਾ। ਗ੍ਰੇਟ ਨਿਕੋਬਾਰ ਆਈਲੈਂਡ ਦੀ ਬਿਲਕੁਲ ਟਿਪ ਹੈ। ਅਗਰ ਆਪਾਂ ਮੇਨਲੈਂਡ ਇੰਡੀਆ ਦੀ ਗੱਲ ਲੈ ਕੇ ਚੱਲੀਏ, ਜੋ ਤੁਹਾਡਾ ਪੈਨਿਨਸੂਲਰ ਇੰਡੀਆ ਜਾਂ ਮੇਨ ਇੰਡੀਆ ਆ ਗਿਆ, ਉਸ ਦਾ ਸਦਰਨ ਮੋਸਟ ਪੁਆਇੰਟ ਹੈ ਕੰਨਿਆ ਕੁਮਾਰੀ।
ਕੰਨਿਆ ਕੁਮਾਰੀ। ਇਸ ਤੋਂ ਬਾਅਦ ਜੀ ਤੁਹਾਡਾ ਨਦਰ ਮੋਸਟ ਪੁਆਇੰਟ ਹੈ ਜੋ ਉਹ ਪਾਇਆ ਜਾਂਦਾ ਇੰਦਰਾ ਕੋਈ। ਇੱਥੇ ਪੁਆਇੰਟ ਤੇ ਜੋ ਹੁੰਦਾ ਹੈ ਇਹਨੂੰ ਬੋਲਦੇ ਆ ਇੰਦਰਾ ਕੋਈ, ਇੰਦਰਾ ਕੋਲ ਸੌਰੀ। ਤੇ ਵੈਸਟਰਨ ਮੋਸਟ ਪੁਆਇੰਟ ਆਪਣਾ ਜੋ ਵੈਸਟ ਦੇ ਵਿੱਚ ਗੁਹਾਰ ਮੋਟਾ ਹੈ ਜੋ ਗੁਜਰਾਤ ਦੇ ਵਿੱਚ ਉੱਥੇ ਪਾਇਆ ਜਾਂਦਾ। ਈਸਟਰਨ ਮੋਸਟ ਪੁਆਇੰਟ ਹੈ ਜੋ ਕਿਬੀਥੂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਪਾਇਆ ਜਾਂਦਾ, ਉਹ ਤੁਹਾਡਾ ਈਸਟਰਨ ਮੋਸਟ ਪੁਆਇੰਟ ਆ ਜਾਂਦਾ ਹੈਗਾ ਜੀ। ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਹੈਗੇ ਬੇਸਿਕਲੀ ਕਿੰਨਾ ਕਿੰਨਾ ਆਪਾਂ ਬਾਰਡਰ ਸ਼ੇਅਰ ਕਰ ਦਿਆਂਗੇ ਕਿਹੜੀ ਕੰਟਰੀਜ਼ ਦੇ ਨਾਲ। ਪਾਪੂਲੇਸ਼ਨ ਤੁਹਾਨੂੰ ਪਤਾ ਹੀ ਹੈ 1.21 ਬਿਲੀਅਨ ਇੰਡੀਆ ਦੀ ਪਾਪੂਲੇਸ਼ਨ ਹੈ, ਅਤੇ 7th ਲਾਰਜੈਸਟ ਆਪਾਂ ਉਹਦੇ ਵਿੱਚ ਵਰਲਡ ਦੇ ਵਿੱਚ ਹੈਗੇ ਆਗੇ ਐਜ਼ ਇਨ ਦਾ ਵੋਲੀਅਮ ਆਫ ਲੈਂਡ। ਅਤੇ ਇਹਦੇ ਵਿੱਚ ਆਪਾਂ ਦੇਖ ਲੈਂਦੇ ਹਾਂ ਚਾਈਨਾ ਦੇ ਨਾਲ ਆਪਾਂ ਸ਼ੇਅਰ ਕਰਦੇ ਹਾਂ 3488 ਕਿਲੋਮੀਟਰ, ਚਾਈਨਾ 3488 ਕਿਲੋਮੀਟਰ ਲੈਂਡ ਬਾਰਡਰੀ। ਅਤੇ ਪਾਕਿਸਤਾਨ ਨਾਲ ਸ਼ੇਅਰ ਹੁੰਦੀ ਹੈ 3323, ਪਾਕ 3323 ਕਿਲੋਮੀਟਰ। ਨੇਪਾਲ ਨਾਲ ਸ਼ੇਅਰ ਕਰਦੇ ਹਾਂ ਜੀ ਆਪਾਂ 1751। ਉਸ ਤੋਂ ਬਾਅਦ ਆਪਣੇ ਲਈ ਆਉਂਦਾ ਮਿਆਂਮਾਰ ਨਾਲ ਆਪਾਂ ਸ਼ੇਅਰ ਕਰਦੇ ਹਾਂ 1643 ਕਿਲੋਮੀਟਰ। ਭੂਟਾਨ ਨਾਲ ਸ਼ੇਅਰ ਕਰਦੇ ਹਾਂ ਜੀ ਬਾਉਂਡਰੀ ਆਪਾਂ 699 ਕਿਲੋਮੀਟਰ। ਅਤੇ ਇਸ ਤੋਂ ਬਾਅਦ ਨਾ ਇਹਦਾ ਅਫਗਾਨਿਸਤਾਨ ਆਪਣੀ 106 ਕਿਲੋਮੀਟਰ ਹੈ ਜੋ ਟੋਟਲ ਬਾਉਂਡਰੀ ਹੈ। ਅਤੇ ਸਾਰਿਆਂ ਨੂੰ ਜ਼ਿਆਦਾ ਆਪਣੇ ਲਈ ਪਾਈ ਜਾਂਦੀ ਹੈ ਬੰਗਲਾਦੇਸ਼, ਜਿਹਦੇ ਨਾਲ ਆਪਾਂ ਸ਼ੇਅਰ ਕਰ ਦਿਆਂਗੇ 4096 ਕਿਲੋਮੀਟਰ। ਇਹ ਆਪਾਂ ਲੈਂਡ ਬਾਉਂਡਰੀਜ਼ ਜੋ ਨੇ ਸ਼ੇਅਰ ਕਰਦੇ ਹਾਂ ਆਪਣੀਆਂ ਨੇਬਰ ਕੰਟਰੀਜ਼ ਦੇ ਨਾਲ। ਹੁਣ ਆਪਾਂ ਗੱਲ ਕਰ ਲੈਂਦੇ ਹਿਮਾਲਿਆਜ਼ ਦੀ। ਹਿਮਾਲਿਆਜ਼ ਦੇ ਵਿੱਚ ਬੇਸਿਕਲੀ ਅਲੱਗ-ਅਲੱਗ ਜਦੋਂ ਆਪਾਂ ਦੇਖਿਆ ਸੀ ਹਿਮਾਲਿਆ ਫਾਰਮ ਕਿਸ ਤਰ੍ਹਾਂ ਹੋਈ ਸੀ, ਆਪਾਂ ਪ੍ਰੀਵੀਅਸ ਟੈਕਟੋਨਿਕ ਪਲੇਟਸ ਦੇ ਵਿੱਚ ਦੇਖ ਲਿਆ ਸੀ ਕਿ ਗੋਂਡਵਾਨਾ ਲੈਂਡ ਐਂਡ ਇੱਕ ਦੂਸਰੀ ਸੀ ਲੌਰੇਸੀਆ ਆਪਸ ਦੇ ਵਿੱਚ ਟਕਰਾਈਆਂ ਸੀ, ਅਤੇ ਟੈਥਿਸ ਸੀ ਫਾਰਮ ਹੋ ਗਏ ਸੀ। ਉਹ ਟੈਥਿਸ ਸੀ ਤੋਂ ਫਾਰਮ ਹੁੰਦੇ ਹੋਏ ਉਸ ਤੋਂ ਬਾਅਦ ਜੋ ਜ਼ਿਆਦਾ ਟਕਰਾ ਗਈਆਂ ਤਾਂ ਉਹ ਟੈਥਿਸ ਸੀ ਤੋਂ ਉੱਪਰੋਂ ਤੁਹਾਡੇ ਹਿਮਾਲਿਆਜ਼ ਫਾਰਮ ਹੋ ਗਏ ਸੀ। ਇਸੇ ਕਰਕੇ ਹਿਮਾਲਿਆਜ਼ ਦੇ ਉੱਪਰ ਕੋਈ ਸਮੁੰਦਰੀ ਤੱਤ ਨੇ ਜੋ ਅੱਜ ਵੀ ਪਾਏ ਜਾਂਦੇ ਨੇ ਜਾਂ ਦੇਖਣ ਨੂੰ ਮਿਲਦੇ ਨੇਗੇ। ਹਿਮਾਲਿਆਜ਼ ਨੂੰ ਬੇਸਿਕਲੀ ਕਿਹਾ ਜਾਂਦਾ ਅਡੋਬ ਆਫ ਸਨੋ, ਬਿਕੋਜ਼ ਹਰ ਸਾਲ ਇਹ 365 ਦਿਨ ਸਨੋ ਦੇ ਨਾਲ ਕਵਰ ਰਹਿੰਦੇ ਨੇ, ਇਸ ਕਰਕੇ ਅਡੋਬ ਆਫ ਸਨੋ ਵੀ ਇਹਨਾਂ ਨੂੰ ਬੋਲਿਆ ਜਾਂਦਾ। ਫੋਲਡਡ ਮਾਊਂਟੇਨਸ ਨੇ, ਅਤੇ ਇਹ ਗ੍ਰੇਟਰ ਹਿਮਾਲਿਆਜ਼ ਨੇ ਜੋ ਇਹਨਾਂ ਨੂੰ ਬੋਲਦੇ ਨੇਗੇ, ਜਾਂ ਹਿਮਾਦਰੀ ਇਹਨਾਂ ਦਾ ਨਾਮ ਹੈ। ਇਹ ਤੁਹਾਡਾ ਐਲਟੀਟਿਊਡ ਹੈ 6100 ਮੀਟਰ ਸੀ ਲੈਵਲ ਤੋਂ 6100 ਮੀਟਰ ਉੱਪਰ ਤੱਕ ਨੇਗੇ। ਇਹਨਾਂ ਦੇ ਵਿੱਚ ਮਾਊਂਟ ਐਵਰੈਸਟ ਆਪਣੇ ਲਈ ਸਾਰਿਆਂ ਨੂੰ ਹਾਈਐਸਟ ਹੈ ਜੋ ਕਿ 8848 ਮੀਟਰ ਦੀ ਹਾਈਟ 'ਤੇ ਆਪਣੇ ਲਈ ਪਾਈ ਜਾਂਦੀ ਹੈਗੀ। ਉਸ ਤੋਂ ਬਾਅਦ ਜਿਹੜੀ ਦੂਸਰੀ ਹਾਈਐਸਟ ਮਾਊਂਟੇਨ ਆ ਜਾਂਦੀ ਹੈ ਉਹ ਹੈ K2 ਜੋ ਇੰਡੀਆ ਦੇ ਅੰਡਰ ਆ ਜਾਂਦੀ ਹੈ। ਇਨ ਐਕਚੁਅਲ POK ਦੇ ਅੰਡਰ ਆ ਜਾਂਦੀ ਹੈ, ਪਾਕਿਸਤਾਨ ਓਕੂਪਾਈਡ ਕਸ਼ਮੀਰ ਦੇ ਵਿੱਚ ਉਹ। ਇਸ ਤੋਂ ਬਾਅਦ ਆ ਜਾਂਦੀ ਹੈ ਜਾਸਕਰ ਰੇਂਜ ਜੋ ਵੈਸਟਰਨ ਪਾਰਟ ਦੇ ਹਿਮਾਲਿਆਜ਼ ਦੇ ਵਿੱਚ ਸੈਟਲਡ ਹੈਗੀ। ਉਹਦੇ ਵਿੱਚ ਤੁਹਾਡੇ ਲਈ ਜ਼ਿਆਦਾ ਪੀਕ ਆ ਜਾਂਦੀ ਹੈ ਨੰਗਾ ਪਰਬਤ ਜੋ ਕਿ 8126 ਮੀਟਰ ਹੈ। ਅਤੇ ਕਸ਼ਮੀਰੀ ਜਾਂ ਹਿਮਾਚਲ ਰੀਜਨ ਦੇ ਵਿੱਚ ਧੌਲਾਗਿਰੀ ਆ ਜਾਂਦੀ ਹੈ, ਉਹ 81 ਤੋਂ ਲੈ ਕੇ 7200 ਮੀਟਰ ਉਹਦੀ ਰੇਂਜ ਹੈਗੀ ਉੱਪਰ 8172। ਉਸ ਤੋਂ ਬਾਅਦ ਆਪਣੇ ਲਈ ਜੋ ਮੇਨ ਆ ਇੱਕ ਕਹਿ ਸਕਦੇ ਹੋ ਤੁਸੀਂ ਮੇਨ ਪੀਕ ਹੋਰ ਆ ਗਈ ਸਿੱਕਿਮ ਦੇ ਵਿੱਚ ਪਾਈ ਜਾਂਦੀ ਹੈ ਕੰਚਨਜੰਗਾ 8598 ਮੀਟਰ ਹੋ ਗਈ। ਐਂਡ ਮਕਾਲੂ ਪਾਈ ਜਾਂਦੀ ਹੈ ਨੇਪਾਲ ਦੇ ਵਿੱਚ 8481 ਮੀਟਰ। ਇਸ ਤੋਂ ਬਾਅਦ ਨੰਦਾ ਦੇਵੀ ਹੈ ਜੋ ਉੱਤਰਾਖੰਡ ਦੇ ਵਿੱਚ ਆਪਣਾ ਨੰਦਾ ਦੇਵੀ ਨੈਸ਼ਨਲ ਪਾਰਕ ਹੈ, ਉਹ ਨੰਦਾ ਦੇਵੀ ਪੀਕ ਜੋ ਪਾਈ ਜਾਂਦੀ ਹੈ ਉਹ 7816 ਮੀਟਰ ਉੱਚੀ ਉਹ ਵੀ ਪੀਕ ਪਾਈ ਜਾਂਦੀ ਹੈ। ਹੁਣ ਜੇ ਆਪਾਂ ਦੇਖ ਲੈਂਦੇ ਹਾਂ ਗੱਲ ਇੰਪੋਰਟੈਂਟ ਪਾਸਿਸ ਜੋ ਆਪਣੇ ਹਿਮਾਲਿਆਜ਼ ਦੇ ਵਿੱਚ ਪਾਏ ਜਾਂਦੇ ਜੋ ਆਪਾਂ ਨੂੰ ਦੂਸਰੇ ਰੀਜਨ ਦੇ ਨਾਲ ਕੰਡਕਟ ਕਰ ਸਕਦੇ ਹਾਂ, ਜਾਂ ਜਿੱਥੋਂ ਦੀ ਰਿਵਰ ਪਾਸ ਹੁੰਦੇ ਨੇ ਉਹ ਪਾਸਿਸ ਹਿਮਾਲਿਆ ਦੇ ਵਿੱਚ ਕਿਹੜੇ ਮਿਲਦੇ ਨੇ, ਜਿਹੜੀਆਂ ਜਿਵੇਂ ਕਿ ਹਿਮਾਲਿਆਜ਼ ਕੰਟੀਨਿਊ ਚੱਲ ਰਹੇ ਨੇ ਉਹਦੇ ਵਿੱਚ ਇੱਕ ਪਾਸ ਹੈ ਦੂਸਰੇ ਜਿਹਦੇ ਨਾਲ ਆਪਾਂ ਕੰਡਕਟ ਹੋ ਸਕਦਾ ਰਾਹ। ਬੇਸਿਕ ਆਪਣੇ ਲਈ ਪਾਇਆ ਜਾਂਦਾ ਫਸਟ ਦੇ ਵਿੱਚ ਕਾਰਾਕੋਰਮ ਜੋ ਲਦਾਖ ਦੇ ਵਿੱਚ ਇੰਡੀਆ ਅਤੇ ਚਾਈਨਾ ਨੂੰ ਜੋੜਦਾ ਹੈ। ਇਸ ਤੋਂ ਬਾਅਦ ਪਾਇਆ ਜਾਂਦਾ ਬੁਰਜ਼ਿਲ ਪਾਸ POK ਦੇ ਵਿੱਚ ਪਾਇਆ ਜਾਂਦਾ ਜਿਹਦੇ ਵਿੱਚ ਕਸ਼ਮੀਰ ਵੈਲੀ ਹੈ ਜੋ ਗਿਲਗਿਟ ਨਾਲ ਜੁੜਦੀ ਹੈ। ਇਸ ਤੋਂ ਬਾਅਦ ਆਪਣੇ ਲਈ ਜੋਜਿਲਾ ਪਾਸ ਆਇਆ ਜਾਂਦਾ ਲਦਾਖ ਸ਼੍ਰੀਨਗਰ ਟੂ ਲੇਹ ਜੋਜਿਲਾ, 'ਤੇ ਆਪਣੇ ਰੀਸੈਂਟਲੀ ਪਿੱਛੇ ਜੇ ਇੱਕ ਟਨਲ ਵੀ ਓਪਨ ਹੋਈ ਹੈ ਉਹ ਤੁਸੀਂ ਦੇਖਣਾ ਕਿਹੜੀ ਹੋਈ ਹੈ। ਫਿਰ ਇੱਕ ਸ਼ਿਪਕੀ ਲਾ ਪਾਸ ਪਾਇਆ ਜਾਂਦਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਸ਼ਿਮਲਾ ਅਤੇ ਗਰਟੋਕ ਨੂੰ ਜੋੜਦਾ ਤਿੱਬਤ ਦੇ ਵਿੱਚ। ਇਸ ਤੋਂ ਬਾਅਦ ਜੇਲਪਲਾ ਪਾਸ ਪਾਇਆ ਜਾਂਦਾ ਸਿੱਕਿਮ ਦੇ ਵਿੱਚ ਜੋ ਸਿੱਕਿਮ ਅਤੇ ਲਹਾਸਾ ਨੂੰ ਜੋੜਦਾ ਤਿੱਬਤ ਦਾ ਲਹਾਸਾ। ਇਸ ਤੋਂ ਬਾਅਦ ਯਾਂਗਯਾ ਪਾਸ ਪਾਇਆ ਜਾਂਦਾ ਅਰੁਣਾਚਲ ਪ੍ਰਦੇਸ਼ ਜਿੱਥੋਂ ਦੀ ਬ੍ਰਹਮਪੁੱਤਰਾ ਤੁਹਾਡਾ ਐਂਟਰ ਕਰਦਾ ਇੰਡੀਆ ਦੇ ਵਿੱਚ, ਉਹ ਪਾਇਆ ਜਾਂਦਾ ਅਰੁਣਾਚਲ ਪ੍ਰਦੇਸ਼ ਵਿੱਚ ਯਾਂਗਯਾ ਪਾਸ।
ਚਲੋ ਜੀ, ਇਹ ਬੇਸਿਕਲੀ ਤੁਹਾਡੇ ਕੋਲ ਆ ਗਏ ਪਾਸਿਸ। ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਹਾਂਗੇ ਮਿਡਲ ਹਿਮਾਲਿਆਜ਼। ਪਹਿਲਾਂ ਆਪਾਂ ਗ੍ਰੇਟਰ ਵਿੱਚ ਦੇਖੇ ਸੀ ਕਿਹੜੇ ਕਿਹੜੇ ਸੀ। ਮਿਡਲ ਦੇ ਵਿੱਚ ਤੁਹਾਡੇ ਜੋ ਲਵੇ ਜੋ ਰੇਂਜ ਆ ਜਾਂਦੀ ਹੈ ਪੀਰ ਪੰਜਾਲ, ਜੋ ਆਪਾਂ ਜੰਮੂ ਕਸ਼ਮੀਰ ਦੇ ਉੱਪਰ ਦੇਖੀ ਸੀ, ਪੀਰ ਪੰਜਾਲ ਉਹਦੇ ਵਿੱਚ ਆ ਜਾਂਦੀ ਹੈ। ਧੌਲਾਧਾਰ ਰੇਂਜ ਆ ਜਾਂਦੀ ਹੈ ਜੋ ਹਿਮਾਚਲ ਪ੍ਰਦੇਸ਼ ਦੇ ਵਿੱਚ ਪਾਈ ਜਾਂਦੀ ਹੈ। ਐਂਡ ਮਸੂਰੀ ਰੇਂਜ ਆ ਜਾਂਦੀ ਹੈ ਜੋ ਉੱਤਰਾਖੰਡ 'ਚ ਪਾਈ ਜਾਂਦੀ ਹੈ, ਜੋ ਤੁਸੀਂ ਮਸੂਰੀ ਘੁੰਮਣ ਜਾਂਦੇ ਹੋ। ਐਂਡ ਮਹਾਭਾਰਤ ਰੇਂਜ ਜੋ ਨੇਪਾਲ ਦੇ ਵਿੱਚ ਪਾਈ ਜਾਂਦੀ ਹੈ, ਇਹ ਮਿਡਲ ਹਿਮਾਲਿਆਜ਼ ਦੇ ਵਿੱਚ ਆ ਜਾਂਦੀ ਹੈ। ਇਹਨਾਂ ਦੇ ਵਿੱਚ ਜੋ ਮੇਨ ਪਾਸਿਸ ਮਿਡਲ ਹਿਮਾਲਿਆ ਦੇ ਵਿੱਚ ਪਾਏ ਜਾਂਦੇ ਨੇ, ਪੀਰ ਪੰਜਾਲ ਹੋ ਗਿਆ ਜੋ ਜੰਮੂ ਕਸ਼ਮੀਰ 'ਚ ਸਥਿਤ ਹੈ, ਜੋ ਜੰਮੂ ਅਤੇ ਸ਼੍ਰੀਨਗਰ ਦੇ ਰੋਡਸ ਨੂੰ ਇੱਕ ਦੂਜੇ ਨਾਲ ਜੋੜਦਾ, ਉਹ ਪੀਰ ਪੰਜਾਲ ਪਾਸ ਹੈਗਾ। ਇੱਕ ਬੈਣੀਹਾਲ ਪਾਸ ਪਾਇਆ ਜਾਂਦਾ ਜੰਮੂ ਕਸ਼ਮੀਰ 'ਚ ਹੀ ਹੈ, ਜੋ ਜੰਮੂ ਅਤੇ ਸ਼੍ਰੀਨਗਰ ਨੂੰ ਜੋ ਨੈਸ਼ਨਲ ਹਾਈਵੇ 44 ਹੈ ਉਹਦੇ ਰਾਹੀਂ ਜੋੜਦਾ। ਅਤੇ ਜਵਾਹਰ ਟਨਲ ਹੈ ਜੋ ਇੰਡੀਆ ਦੀ ਲੌਂਗੈਸਟ ਟਨਲ ਹੈ, ਉਹ ਇਸੇ ਰੋਡ ਦੇ ਉੱਤੇ ਪਾਸ ਦੇ ਉੱਤੇ ਪਾਈ ਜਾਂਦੀ ਹੈ, ਜੋ ਬੈਨੀਹਾਲ ਪਾਸ ਹੈ। ਇਸ ਤੋਂ ਬਾਅਦ ਆਪਣੇ ਲਵੇ ਆ ਜਾਂਦਾ ਰੋਹਤਾਂਗ ਪਾਸ, ਜੋ ਹਿਮਾਚਲ ਪ੍ਰਦੇਸ਼ 'ਚ ਪਾਇਆ ਜਾਂਦਾ। ਇਹ ਕੁੱਲੂ ਵੈਲੀ ਹੈ ਜੋ ਲਾਹੌਲ ਅਤੇ ਸਪੀਤੀ ਨੂੰ ਉਹਦੇ ਨਾਲ ਕੁੱਲੂ ਵੈਲੀ ਦੇ ਨਾਲ ਜੋੜਦੀ ਹੈ। ਜੋ ਕੁੱਲੂ ਮਨਾਲੀ ਤੋਂ ਤੁਸੀਂ ਇੱਕ ਸਾਈਡ ਦਾ ਮਨੀਕਰਨ ਨੂੰ ਨਿਕਲ ਜਾਂਦੇ ਹੋ, ਲਾਹੌਲ ਸਪੀਤੀ ਨੂੰ ਜਾਂਦੀ ਹੈ। ਲਾਹੌਲ ਸਪੀਤੀ ਨੂੰ ਜੋ ਜਾਂਦੇ ਹੋ ਤੁਸੀਂ, ਜਿਹੜਾ ਉਹ ਪਾਸ ਹੁੰਦਾ ਗਾ ਉਹ ਰੋਹਤਾਂਗ ਪਾਸ ਹੈ, ਜਿੱਥੋਂ ਤੁਸੀਂ ਪਾਸ ਕਰਦੇ ਹੋ ਸਮਿਤੀ ਲਈ ਜਾਣ ਦੇ ਲਈ। ਮਿਡਲ ਹਿਮਾਲਿਆ ਦੇ ਵਿੱਚ ਐਲਟੀਟਿਊਡ ਆਪਣੇ ਲਵੇ 37 ਤੋਂ ਲੈ ਕੇ 4500 ਕਿਲੋਮੀਟਰ ਤੱਕ ਪਾਇਆ ਜਾਂਦਾ ਗਾ। ਐਵਰੇਜ ਐਲਟੀਟਿਊਡ ਹੈ ਜੋ ਮਿਡਲ ਹਿਮਾਲਿਆਜ਼ ਦਾ। ਅਤੇ ਇਸ ਤੋਂ ਬਾਅਦ ਆਪਣੇ ਲਈ ਜੋ ਇਹਦੇ ਵਿੱਚ ਮੇਨਲੀ ਹਿਲ ਰਿਜ਼ੋਰਟਸ ਆ ਜਾਂਦੇ ਨੇ, ਜੋ ਮੇਨ ਨੇਗੇ, ਜਿੱਦਾਂ ਕਿ ਸ਼ਿਮਲਾ ਹੋ ਗਿਆ, ਰਾਨੀ ਖੇਤ ਹੋ ਗਿਆ, ਨੈਨੀਤਾਲ ਹੋ ਗਿਆ, ਡਾਰਜਲਿੰਗ ਹੋ ਗਿਆ, ਇਹ ਮਿਡਲ ਹਿਮਾਲਿਆਜ਼ ਦੇ ਵਿੱਚ ਪਾਇਆ ਜਾਂਦਾ। ਆਊਟਰ ਹਿਮਾਲਿਆਜ਼ ਦੀ ਆਪਾਂ ਗੱਲ ਕਰੀਏ ਤਾਂ ਇੱਥੇ ਐਲਟੀਟਿਊਡ ਤੁਹਾਡਾ ਆ ਜਾਂਦਾ 600 ਤੋਂ ਲੈ ਕੇ 1500 ਮੀਟਰ, ਜੋ ਕਿ ਸਦਰ ਮੋਸਟ ਪੁਆਇੰਟ ਹੈ ਇਹਦੇ ਵਿੱਚ, ਬਿਲਕੁਲ ਸਦਨ ਤੱਕ ਪਾਏ ਜਾਂਦੇ। ਜੋ ਇਹਦੇ ਵਿੱਚ ਤੁਹਾਡੇ ਲਈ ਜੰਮੂ ਦੀਆਂ ਹਿਲਸ ਹੋ ਗਈਆਂ ਜਾਂ ਮਿਸ਼ਮੀ ਹਿਲਸ ਹੋ ਗਈਆਂ ਅਰੁਣਾਚਲ ਪ੍ਰਦੇਸ਼ ਦੀਆਂ, ਅਤੇ ਇਹ ਯੰਗੈਸਟ ਪਾਰਟ ਨੇਗੇ। ਜਿੱਦਾਂ ਕਿ ਆਪਣੇ ਲਈ ਗ੍ਰੇਟਰ ਹਿਮਾਲਿਆਜ਼ ਟੋਟਲੀ ਸਾਰੇ ਯੰਗੈਸਟ ਨੇ। ਗ੍ਰੇਟਰ ਹਿਮਾਲਿਆ ਉਸ ਤੋਂ ਜੋ ਆਪਣੇ ਸਦਰਨ ਹਿਮਾਲਿਆਜ਼ ਹੋ ਗਏ ਉਹ ਤੋਂ ਵੀ ਜ਼ਿਆਦਾ ਯੰਗਰ ਨੇਗੇ, ਅਤੇ ਮਿਡਲ ਵਾਲੇ ਉਸ ਤੋਂ ਥੋੜ੍ਹਾ ਜਿਹਾ ਘੱਟ ਯੰਗਰ ਨੇ। ਜੋ ਨੀਚੇ ਵਾਲੇ ਨੇ ਉਹ ਉਸ ਤੋਂ ਬਿਲਕੁਲ ਵੀ ਯੰਗਰ ਨੇਗੇ, ਵੀ ਬਿਲਕੁਲ ਹੀ ਨਵੇਂ ਪਹਾੜ ਨੇ ਜੋ ਜਨਰੇਟ ਹੋ ਰਹੇ ਨੇਗੇ। ਚਲੋ ਜੀ, ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਹੈਗੇ ਕੁਛ ਮਾਊਂਟੇਨ ਪੀਕਸ ਨੇਗੀਆਂ, ਜੋ ਬੇਸਿਕਲੀ ਇਹ ਤਾਂ ਤੁਹਾਨੂੰ ਫੈਕਟਸ ਦੇ ਵਿੱਚ ਮਿਲ ਜਾਣਗੀਆਂ। ਇਹਦੇ ਉੱਪਰ ਇੰਨਾ ਮੱਥਾ ਮਾਰਨ ਦਾ ਫਾਇਦਾ ਵੀ ਨਹੀਂ, ਆਈ ਥਿੰਕ ਜ਼ਿਆਦਾਤਰ ਫੈਕਟ ਹੀ ਨੇ ਇਹ। ਤੁਸੀਂ ਫੈਕਟ ਸਰਚ ਕਰੋਗੇ ਜਾਂ ਪ੍ਰੋਵਾਈਡ ਹੋਣਗੇ ਉਹਦੇ ਵਿੱਚ ਮਿਲ ਜਾਣਗੀਆਂ। ਆਪਾਂ ਗੱਲ ਕਰ ਲੈਂਦੇ ਹਾਂ ਗ੍ਰੇਟ ਪਲੇਨ ਦੀ। ਜੋ ਪਲੇਨਸ ਆਪਾਂ ਇੰਡੀਅਨ ਇੰਡਸ ਐਂਡ ਗੰਗਾ ਦੇ ਪਾਏ ਸੀ, ਉਹ ਪਲੇਨਸ ਦੀ ਗੱਲ ਕਰ ਲੈਂਦੇ ਹਾਂ। ਇਹਦੇ ਵਿੱਚ ਆਪਣੇ ਲਈ ਸਾਊਥ ਦੇ ਵਿੱਚ ਹਿਮਾਲਿਆ ਤੋਂ ਲੈ ਕੇ ਨਾਰਥ ਦੇ ਵਿੱਚ ਪੈਨੀਸੂਲਾ ਲਾਈ ਕਰਦਾ ਹੈਗਾ ਗ੍ਰੇਟ ਪਲੇਨਸ। ਨਾਰਥ ਦੇ ਵਿੱਚ ਆਪਣੇ ਲਈ ਹਿਮਾਲਿਆਜ਼, ਥੱਲੇ ਜੇ ਪੈਨੀਸੂਲਾ, ਉਹਦੇ ਵਿਚਾਲਦਾ ਰਾਹ ਹੈਗਾ ਜਿਹੜਾ, ਉਹਨੂੰ ਗ੍ਰੇਟ ਪਲੇਨਸ ਆਫ ਇੰਡੀਆ ਬੋਲਿਆ ਜਾਂਦਾ ਹੈਗਾ। ਜਿਹੜੇ ਆਪਣੇ ਇੰਡਸ ਗੰਗਸ ਦੀ ਗੱਲ ਕੀਤੀ ਹੈ ਉਹਨੂੰ ਬੋਲਦੇ ਆ ਗ੍ਰੇਟ ਪਲੇਨਸ ਆਫ ਇੰਡੀਆ। ਇਹ ਤੁਹਾਡੇ ਐਕਸਟੈਂਡ ਕਰਦੇ ਨੇ ਕਿ 2400 ਕਿਲੋਮੀਟਰ ਲੈ ਕੇ ਐਵਰੇਜ ਹੈ, ਅਤੇ ਵਿਡਥ ਇਹਨਾਂ ਦੀ ਹੋ ਜਾਂਦੀ ਹੈ 150 ਤੋਂ ਲੈ ਕੇ 300 ਕਿਲੋਮੀਟਰ ਇਹ ਚੌੜੇ ਹੋ ਸਕਦੇ ਨੇਗੇ। ਮੇਨਲੀ ਇਹਦੇ ਵਿੱਚ ਤੁਹਾਡੇ ਜੋ ਰਿਵਰ ਆ ਜਾਂਦੇ ਨੇ, ਇੰਡਸ ਆ ਜਾਂਦਾ, ਗੰਗਾ ਐਂਡ ਬ੍ਰਹਮਪੁੱਤਰਾ, ਇਹ ਇਸ ਨੂੰ ਐਨਰਿਚ ਕਰਦੇ ਨੇ ਆਪਣੇ ਵਾਟਰ ਦੇ ਨਾਲ। ਇਸ ਦੇ ਵਿੱਚ ਤੁਹਾਡੇ ਕੋਲ ਅਲਿਊਵਲ ਵੇਲ ਜੋ ਸੋਇਲ ਹੈਗੀ ਉਹ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ, ਬਿਕੋਜ਼ ਆਫ ਓਬਵੀਅਸਲੀ ਜੋ ਆਪਾਂ ਰਿਵਰਸ ਦੀ ਗੱਲ ਕਰ ਰਹੇ ਹਾਂ ਤਾਂ ਅਲਿਊਵਲ ਸੋਇਲ ਹੀ ਪਾਈ ਜਾਊਗੀ, ਕਿਉਂਕਿ ਹੜ੍ਹਾਂ ਦੇ ਨਾਲ ਡਿਪੋਜ਼ਿਟ ਕੀਤੀ ਗਈ ਹੁੰਦੀ ਹੈ ਫਲੱਡ ਸਿਸਟਮ ਦੇ ਨਾਲ। ਉਸ ਤੋਂ ਬਾਅਦ ਇਹਦੇ ਵਿੱਚ ਭਾਂਗਰ ਅਤੇ ਖਾਦਰ ਵੀ ਜ਼ਿਆਦਾ ਪਾਈ ਜਾਂਦੀ ਹੈ, ਅਤੇ ਇਹਦੇ ਰਿਵਰ ਬੈਡ ਹੁੰਦੇ ਨੇ। ਇੱਕ ਹੋ ਗਈ ਤੁਹਾਡੀ ਭੱਬਰ ਹੁੰਦੀ ਹੈ, ਉਹ ਵੀ ਇਹਦੇ ਵਿੱਚ ਜ਼ਿਆਦਾ ਪਾਈ ਜਾਂਦੀ। ਪੈਬਲਸ ਹੋ ਗਏ, ਜੋ ਸਟੋਨ ਵਗੈਰਾ ਦੀਆਂ ਤਰ੍ਹਾਂ ਦੀ ਮਿੱਟੀ ਹੋ ਗਈ, ਉਹ ਵੀ ਇਸ ਦੇ ਨਾਲ ਹੀ ਹੁੰਦੀ ਹੈ, ਰਿਵਰਸ ਦੇ ਨਾਲ। ਇਹਨਾਂ ਦੇ ਨਾਲ ਇਹ ਬਣੇ ਹੋਏ ਪਲੇਨਸ ਨੇਗੇ। ਅਤੇ ਜੋ ਪੰਜਾਬ, ਹਰਿਆਣਾ, ਵੈਸਟਰਨ ਉੱਤਰ ਪ੍ਰਦੇਸ਼, ਇਹ ਜੋ ਪਾਰਟਸ ਆ ਗਏ, ਇਹ ਜ਼ਿਆਦਾ ਹੀ ਉਪਜਾਊ ਨੇ, ਕਿਉਂਕਿ ਇੱਥੇ ਜ਼ਿਆਦਾਤਰ ਅਲੂਵੀਅਲ ਸੋਇਲ ਇੱਥੇ ਹੀ ਪਾਈ ਜਾਂਦੀ ਹੈ, ਜਿੰਨੀ ਵੀ ਡੈਪੋਜੀਸ਼ਨ ਹੁੰਦੀ ਹੈਗੀ। ਇਸ ਤੋਂ ਬਾਅਦ ਆਪਾਂ ਦੇਖ ਲੈਂਦੇ ਹਾਂ ਜੀ ਅਲੱਗ-ਅਲੱਗ ਗ੍ਰੇਟ ਪਲੇਨਸ ਦੇ ਵਿੱਚ ਅਲੱਗ-ਅਲੱਗ ਕਿਹੜੇ ਆ ਜਾਂਦੇ। ਪਹਿਲਾਂ ਆ ਗਿਆ ਤੁਹਾਡੇ ਲਈ ਦਾ ਪੰਜਾਬ ਹਰਿਆਣਾ ਪਲੇਨ। ਇਹ ਤੁਹਾਡੇ ਪੰਜਾਬ ਦੇ ਵਿੱਚ ਵੈਸਟ ਤੋਂ ਲੈ ਕੇ ਯਮੁਨਾ ਤੱਕ ਜੋ ਹਰਿਆਣੇ ਦੇ ਵਿੱਚ ਹੈ, ਇੱਥੇ ਵਿੱਚ ਤੁਹਾਡੇ ਜਿਹੜੇ ਪਾਏ ਜਾਂਦੇ ਨੇ, ਇਸ ਨੂੰ ਬੋਲਿਆ ਜਾਂਦਾ ਹੈਗਾ ਪੰਜਾਬ ਹਰਿਆਣਾ ਪਲੇਨ। ਇਹਦੇ ਵਿੱਚ ਤੁਹਾਡੇ ਲਈ ਖਾਦਰ ਪਲੇਨਸ ਪਾਏ ਜਾਂਦੇ ਨੇ, ਧਾਈਆ ਦੀ ਕੰਪੋਜ਼ਿਟ ਪਾਈ ਜਾਂਦੀ ਹੈ। ਇਹ ਮਿੱਟੀ ਦੀ ਕੰਪੋਜੀਸ਼ਨ ਹੈ ਇੱਕ ਧਾਈਆ, ਉਹ ਅਤੇ ਬੇਟਸ ਜਿਹਨੂੰ ਕਿ ਖਾਦਰ ਪਲੇਨਸ ਕਿਹਾ ਜਾਂਦਾ, ਉਹ ਇਹ ਪੰਜਾਬ ਹਰਿਆਣਾ ਪਲੇਨ ਦੇ ਵਿੱਚ ਪਾਏ ਜਾਂਦੇ ਨੇ। ਗੰਗਾਸ ਦਾ ਉਸ ਤੋਂ ਬਾਅਦ ਇਹਦੇ ਗੰਗਾ ਪਲੇਨ, ਜੋ ਦਿੱਲੀ ਤੋਂ ਲੈ ਕੇ ਕਲਕੱਤੇ ਤੱਕ ਜਾਂਦੇ ਨੇ। ਜੋ ਆਪਾਂ ਦੇਖੀ ਸੀ ਗੰਗਾ ਇੱਥੋਂ ਸਟਾਰਟ ਹੋ ਰਹੀ ਹੈ, ਦਿੱਲੀ ਤੋਂ ਲੈ ਕੇ ਕਲਕੱਤੇ ਤੱਕ ਬੰਗਾਲ ਦੇ ਵਿੱਚ ਪਾਏ ਜਾਂਦੇ ਨੇ, ਉਹ ਪਲੇਨਸ ਨੂੰ ਬੋਲਦੇ ਨੇ ਗੰਗਾ ਪਲੇਨਸ।
ਇਹਦੇ ਵਿੱਚ ਜਦੋਂ ਤੁਹਾਡੇ ਕੋਲ ਜ਼ਿਆਦਾ ਕੋਲ ਅਲੂਵੀਅਮ ਸੋਇਲ ਪਾਈ ਜਾਂਦੀ ਹੈ। ਇੱਥੇ ਵੀ ਜ਼ਿਆਦਾ ਅਲੂਵੀਅਮ ਸੋਇਲ ਇੱਦਾਂ ਪਾਈ ਜਾਂਦੀ ਹੈ ਕਿਉਂਕਿ ਆਪਾਂ ਦੇਖਿਆ ਗੰਗਾ ਇੱਥੋਂ ਲੈ ਕੇ ਇੱਥੇ ਤੱਕ ਚੱਲ ਰਹੀ ਹੈ, ਬਟ ਉਹਦੇ ਨਾਲ ਟ੍ਰਿਬਿਊਟਰੀਜ਼ ਵੀ ਨੇਗੀਆਂ ਜੋ ਬਹੁਤ ਜ਼ਿਆਦਾ ਜੁੜ ਰਹੀਆਂ ਨੇ, 4-5 ਇਸ ਸਾਈਡ ਜੁੜ ਰਹੀਆਂ, 4-5 ਇਸ ਸਾਈਡ ਜੁੜ ਰਹੀਆਂ, ਤਾਂ ਉਹ ਸਾਰੇ ਫਲੱਡ ਡੈਪੋਜੀਸ਼ਨ ਹੁੰਦੀ ਹੈਗੀ। ਜਦੋਂ ਫਲੱਡਸ ਚੜ੍ਹਦੇ ਨੇ ਤਾਂ ਮਿੱਟੀ ਦੀ ਡੈਪੋਜੀਸ਼ਨ ਸਾਈਡਾਂ 'ਤੇ ਹੁੰਦੀ ਹੈਗੀ, ਤਾਂ ਅਲੂਵੀਅਮ ਸੋਇਲ ਉਹਦੇ ਨਾਲ ਪ੍ਰੋਡਿਊਸ ਹੁੰਦੀ ਹੈਗੀ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੇ ਨੇ ਬ੍ਰਹਮਪੁੱਤਰਾ ਪਲੇਨ। ਬ੍ਰਹਮਪੁੱਤਰਾ ਲੋ ਲੈਵਲ 'ਤੇ ਫਾਰਮ ਕੀਤੇ ਗਏ ਪਲੇਨ ਨੇਗੇ, ਮੇਨਲੀ ਤੁਹਾਡੇ ਨਾਰਥ ਈਸਟਰਨ ਸਟੇਟ ਦੇ ਵਿੱਚ ਪਾਏ ਜਾਂਦੇ ਨੇਗੇ ਇਹ ਜੋ ਸੈਵਨ ਸਿਸਟਰਸ ਹੋ ਗਈਆਂ। ਬ੍ਰਹਮਪੁੱਤਰਾ ਨੂੰ ਇੱਥੋਂ ਆਉਣ ਲਈ ਜ਼ਿਆਦਾ ਟਾਈਮ ਨਹੀਂ ਲੱਗਦਾ, ਜ਼ਿਆਦਾ ਬੇਸਿਕਲੀ ਬ੍ਰਹਮਪੁੱਤਰਾ ਇਸੇ ਦੇ ਵਿੱਚੋਂ ਹੀ ਐਂਟਰ ਕਰਦਾ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਪਾਂ ਦੇਖਿਆ ਸੀ ਉਹ ਐਂਟਰ ਕਰਦਾ, ਇੱਕਦਮ ਪਹਾੜਾਂ ਦੇ ਵਿੱਚੋਂ ਐਂਟਰ ਕਰਦਾ ਅਤੇ ਬਹੁਤ ਹੀ ਤੇਜ਼ੀ ਨਾਲ ਆ ਰਿਹਾ ਹੁੰਦਾ, ਅਤੇ ਅਸਾਮ ਦੇ ਵਿੱਚ ਇੱਕਦਮ ਪਲੇਨਸ ਆ ਜਾਂਦੇ ਤਾਂ ਇੱਕਦਮ ਵਿੱਚ ਉਹ ਵੜ ਜਾਂਦਾ, ਅਤੇ ਉਹਦੇ ਨਾਲ ਕੀ ਆ ਜੋ ਮੌਨਸੂਨਸ ਆਉਂਦੀਆਂ ਨੇ ਜਾਂ ਮੀਂਹ ਜ਼ਿਆਦਾ ਪੈਂਦਾ ਤਾਂ ਬ੍ਰਹਮਪੁੱਤਰਾ ਬਹੁਤ ਹੀ ਜ਼ਿਆਦਾ ਫਲੱਡਡ ਹੋ ਜਾਂਦਾ। ਈਵਨ ਕਿ ਅਸਾਮ ਦੇ ਵਿੱਚ ਜੋ ਕਾਜ਼ੀਰੰਗਾ ਨੈਸ਼ਨਲ ਪਾਰਕ ਹੈਗਾ ਜੋ ਬਹੁਤ ਹੀ ਮਸ਼ਹੂਰ ਹੈਗਾ ਰਾਈਨੋਜ਼ ਦੇ ਲਈ, ਗੈਂਡਾਂ ਦੇ ਲਈ ਬਹੁਤ ਹੀ ਜ਼ਿਆਦਾ ਮਸ਼ਹੂਰ ਹੈਗਾ, ਉਹ ਇੰਡੀਅਨ ਰਾਈਨੋਜ਼ ਦੇ ਲਈ, ਉਹ ਵੀ ਫਲੱਡਡ ਹੋ ਜਾਂਦਾ। ਅਤੇ ਪਿਛਲੇ ਤੋਂ ਪਿਛਲੇ ਸਾਲ ਤਾਂ ਉਹਨਾਂ ਨੂੰ ਰਾਈਨੋਜ਼ ਵੀ ਉੱਥੋਂ ਟਰਾਂਸਪੋਰਟ ਕਰਕੇ ਹੋਰ ਜਗ੍ਹਾ 'ਤੇ ਲਿਆਉਣੇ ਪਏ ਸੀ ਕਿਉਂਕਿ ਉਹ ਸਾਰਾ ਨੈਸ਼ਨਲ ਪਾਰਕ ਵੀ ਪਾਣੀ ਦੇ ਨਾਲ ਭਰ ਗਿਆ ਸੀਗਾ। ਸੋ ਇਸ ਤਰ੍ਹਾਂ ਬ੍ਰਹਮਪੁੱਤਰਾ ਇੱਥੇ ਕੀ ਹੈ ਇੱਕਦਮ ਪਹਾੜਾਂ 'ਚੋਂ ਨਿਕਲ ਕੇ ਇੱਕਦਮ ਪਲੇਨ ਦੇ ਵਿੱਚ ਆਉਂਦਾ ਤਾਂ ਉੱਥੇ ਜ਼ਿਆਦਾ ਹੀ ਫਲੱਡ ਦੀ ਕ੍ਰੀਏਸ਼ਨ ਬਣਦੀ ਹੈ। ਬਟ ਜੋ ਗੰਗਾ ਅਸਾਮ ਦੇ ਜੋ ਆਲੇ ਦੁਆਲੇ ਦੇ ਜੋ ਸਮਤਲ ਏਰੀਆ ਪੈ ਜਾਂਦਾ ਉਹਨੂੰ ਅਸਾਮ ਦੇ ਪਲੇਨਸ ਨੂੰ ਬ੍ਰਹਮਪੁੱਤਰਾ ਪਲੇਨਸ ਬੋਲਿਆ ਜਾਂਦਾ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਮੇਨ ਦੁਆਬਸ ਦੀ ਜੋ ਆਪਣੇ ਲਈ ਪਾਏ ਜਾਂਦੇ। ਦੁਆਬਾ ਰੀਜਨ ਆਪਾਂ ਨੂੰ ਪਤਾ ਹੀ ਹੈ, ਦੁਆਬਾ ਆਪਣਾ ਜੋ ਵੀ ਦੋ ਦਰਿਆਵਾਂ ਦੇ ਵਿਚਾਲੇ ਆ ਜਾਂਦਾ ਉਹਨੂੰ ਦੁਆਬਾ ਬੋਲਦੇ ਨੇ। ਸੋ ਇੰਡੀਆ ਦੇ ਵਿੱਚ ਜਿਹੜੇ ਮੇਨ ਦੁਆਬ ਪਾਏ ਜਾਂਦੇ ਨੇ ਉਹਨਾਂ ਦੇ ਵਿੱਚ ਆ ਗਿਆ ਬਿਸਤ। ਬਿਸਤ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਬਿਆਸ ਅਤੇ ਸਤਲੁਜ ਦੇ ਵਿਚਕਾਰ ਦਾ ਜੋ ਦੁਆਬ ਪਾਇਆ ਜਾਂਦਾ ਹੈਗਾ। ਇਸ ਤੋਂ ਬਾਅਦ ਆ ਗਿਆ ਬਾਰੀ। ਬਾਰੀ ਦੇ ਵਿੱਚ ਬਿਆਸ ਐਂਡ ਰਾਵੀ ਦੁਆਬ ਜੋ ਪਾਇਆ ਜਾਂਦਾ ਹੈਗਾ। ਇਸ ਤੋਂ ਬਾਅਦ ਆ ਗਿਆ ਰਚਨਾ। ਰਚਨਾ ਬੇਸਿਕਲੀ ਤੁਹਾਡਾ ਰਾਵੀ ਅਤੇ ਚਿਨਾਬ ਦੇ ਵਿਚਕਾਰ ਹੈ, ਇਹ ਦੁਆਬ ਪਾਇਆ ਜਾਂਦਾ ਹੈਗਾ। ਉਸ ਤੋਂ ਬਾਅਦ ਆ ਗਈ ਚੱਜ ਜਾਂ ਛੱਜ ਦੁਆਬ, ਚਿਨਾਬ ਐਂਡ ਜਿਹਲਮ, ਇਹਦੇ ਵਿੱਚ ਜੋ ਦੁਆਬ ਪਾਇਆ ਜਾਂਦਾ ਹੈਗਾ। ਇਸ ਤੋਂ ਬਾਅਦ ਇਹਦੇ ਸਿੰਧ ਸਾਗਰ ਦੁਆਬ ਇੱਕ ਆ ਜਾਂਦਾ, ਸਿੰਧ ਸਾਗਰ। ਸਿੰਧ ਸਾਗਰ ਤੁਹਾਡਾ ਦੁਆਬ ਬੇਸਿਕਲੀ ਪਾਇਆ ਜਾਂਦਾ ਜਿਹਲਮ, ਚਿਨਾਬ ਐਂਡ ਇੰਡਸ, ਇਹਨਾਂ 3 ਨਦੀਆਂ ਦੇ ਵਿਚਕਾਰ ਜਿਹੜਾ ਦੁਆਬ ਪਾਇਆ ਜਾਂਦਾ ਉਹਨੂੰ ਬੋਲਦੇ ਨੇ ਸਿੰਧ ਸਾਗਰ ਦੁਆਬ। ਹੁਣ ਆਪਾਂ ਗੱਲ ਕਰ ਲੈਂਦੇ ਹੈਗੇ ਪੈਨੀਸੋਲਰ ਪਲੇਟੋ। ਆਪਾਂ ਬੇਸਿਕਲੀ ਦੇਖ ਹੀ ਲਿਆ ਤੁਹਾਡਾ ਕਿੱਥੇ ਪਾਇਆ ਜਾਂਦਾ, ਨੀਚੇ ਦੇ ਪੋਰਸ਼ਨ ਦੇ ਵਿੱਚ ਜੋ ਮੋਸਟਲੀ ਸਦਰਨ ਸੈਂਟਰਲ ਇੰਡੀਆ ਤੋਂ ਸਟਾਰਟ ਹੋ ਕੇ ਨੀਚੇ ਤੱਕ ਪਾਇਆ ਜਾਂਦਾ ਪੈਨੀਸੋਲਰ ਪਲੇਟੋ। ਇਹਦੇ ਵਿੱਚ ਆਪਣੇ ਲਈ ਕੀ ਕੁਛ ਆ ਜਾਂਦਾ ਹੈਗਾ, ਕੁਛ ਵੀ ਤੁਹਾਡਾ ਪਲੇਟੋ ਆਪਾਂ ਦੇਖ ਲਿਆ ਸੀ, ਕੋਈ ਵੀ ਬਾਕੀ ਦੀ ਲੈਂਡ ਤੋਂ 500 ਫੁੱਟ ਉੱਚਾ ਹੋਊਗਾ ਉਹਨੂੰ ਆਪਾਂ ਪਲੇਟੋ ਕਹਿ ਦਿੰਦੇ ਹੈਗੇ। ਸੋ ਇੰਡੀਆ ਦਾ ਜੋ ਪੈਨੀਸੋਲਰ ਪਲੇਟੋ ਹੈ ਉਹ ਉਸਦੀ ਐਲੀਵੇਸ਼ਨ ਹੈਗੀ 600 ਤੋਂ 1000 ਮੀਟਰ, ਇੰਨੀ ਐਲੀਵੇਸ਼ਨ ਇਹਦੇ ਵਿੱਚ ਪਾਈ ਜਾਂਦੀ ਹੈਗੀ। ਅਤੇ ਇਹ ਜ਼ਿਆਦਾ ਤੁਹਾਡਾ ਇਗਨੀਅਸ ਜਾਂ ਓਲਡ ਕ੍ਰਿਸਟਲਿਕ ਜਾਂ ਮੈਟਾਫੋਰਮਿਕ ਰੌਕਸ ਤੋਂ ਫਾਰਮ ਹੋਇਆ। ਉਹ ਕਿਸ ਤਰ੍ਹਾਂ ਫਾਰਮ ਹੋਇਆ ਆਪਾਂ ਦੇਖਿਆ ਸੀ ਕਿ ਵੋਲਕੈਨਿਕ ਐਕਟੀਵਿਟੀ ਦੇ ਨਾਲ ਫਾਰਮ ਹੋਇਆ ਸੀ। ਤਾਂ ਬੇਸਿਕਲੀ ਇਹੀ ਤਰ੍ਹਾਂ ਦੀਆਂ ਰੌਕਸ ਉਹਦੇ ਵਿੱਚ ਪਾਈਆਂ ਜਾਣਗੀਆਂ ਕਿਉਂਕਿ ਵੋਲਕੈਨੋਜ਼ ਤੋਂ ਇਹ ਬਿਲਡ ਹੋਇਆ ਆਪਾਂ ਦੇਖਿਆ ਸੀ ਜਦੋਂ ਆਪਾਂ ਪੜ੍ਹਿਆ ਸੀਗਾ ਪੈਂਜੀਆ ਬਾਰੇ। ਸਾਰਾ ਜੀ ਇਹ ਟੋਟਲ 1,60,000 ਕਿਲੋਮੀਟਰ ਦਾ ਸਕੇਅਰ ਦਾ ਜੋ ਏਰੀਆ ਇੰਡੀਆ ਦਾ ਕਵਰ ਕਰਦਾ ਹੈਗਾ ਜੋ ਤੁਹਾਡਾ ਪਾਇਆ ਜਾਂਦਾ ਪੈਨੀਸੋਲਰ ਪਲੇਟੋ। ਇਹਦੇ ਵਿੱਚ ਮੇਨ ਰਿਵਰ ਤੁਹਾਡੇ ਆ ਜਾਂਦੇ ਨਰਮਦਾ, ਤਾਪੀ ਆਪਾਂ ਸਾਰੇ ਦੇਖੇ ਜਿਹੜੇ ਆ ਗਏ। ਉਸ ਤੋਂ ਬਾਅਦ ਆਪਾਂ ਪਲੇਟੂਜ਼ ਦੇ ਵਿੱਚ ਜੋ ਪੈਨੀਸੋਲਰ ਦੇ ਵਿੱਚ ਹੋਰ ਜਿਹੜੀਆਂ ਚੀਜ਼ਾਂ ਪਾਈ ਜਾਂਦੀਆਂ ਉਹ ਦੇਖ ਲੈਂਦੇ। ਇੱਕ ਪਾਇਆ ਜਾਂਦਾ ਸੈਂਟਰਲ ਹਾਈਲੈਂਡ, ਪੈਨੀਸੋਲਰ ਪਲੇਟੋ ਦੇ ਵਿੱਚ ਹੀ ਪਾਏ ਜਾਂਦੇ ਨੇ ਸੈਂਟਰਲ ਹਾਈਲੈਂਡ, ਜਿਹਦੇ ਵਿੱਚ ਬੇਸਿਕਲੀ ਮੱਧ ਪ੍ਰਦੇਸ਼ ਵਾਲਾ ਏਰੀਆ ਆ ਗਿਆ ਜਾਂ ਸੈਂਟਰ ਦਾ ਏਰੀਆ ਆ ਗਿਆ, ਜੋ ਆਪਣੇ ਮੱਧ ਪ੍ਰਦੇਸ਼ ਵਾਲੋ ਰਾਜਸਥਾਨ ਦਾ ਥੋੜ੍ਹਾ ਏਰੀਆ, ਉੱਤਰ ਪ੍ਰਦੇਸ਼ ਦਾ ਥੋੜ੍ਹਾ ਏਰੀਆ ਇਹ ਆ ਗਏ। ਇਹਦੇ ਵਿੱਚ ਅਰਾਵਲੀ ਰੇਂਜ ਵੀ ਆ ਜਾਂਦੀਆਂ ਨੇ ਤੁਹਾਡੀਆਂ, ਅਤੇ ਇਸੇ ਦੇ ਵਿੱਚ ਮਾਲਵਾ ਪਲੇਟੋ ਵੀ ਪਾਇਆ ਜਾਂਦਾ ਜੋ ਆਪਾਂ ਇੱਥੇ ਸੈਂਟਰ ਦੇ ਵਿੱਚ ਦੇਖਿਆ ਮਾਲਵਾ ਪਲੇਟੋ। ਅਤੇ ਇਸ ਨੂੰ ਆਲਸੋ ਕਿਹਾ ਜਾਂਦਾ ਹੈਗਾ ਜੀ ਮੱਧਿਆ ਭਾਰਤ ਪਠਾਰ। ਮੱਧਿਆ ਭਾਰਤ ਪਠਾਰ ਦੇ ਨਾਲ ਦਾ ਸੈਂਟਰਲ ਹਾਈਲੈਂਡ ਨੂੰ ਜਾਣਿਆ ਜਾਂਦਾ। ਇਸ ਤੋਂ ਬਾਅਦ ਆਪਣੇ ਲਈ ਡੈਕਨ ਪਲੇਟੋ ਆ ਗਿਆ। ਡੈਕਨ ਪਲੇਟੋ ਟ੍ਰਾਇੰਗੂਲਰ ਐਂਡ ਜੋ ਆਪਣੇ ਲਈ ਨਰਮਦਾ ਤੋਂ ਸਟਾਰਟ ਹੋ ਰਿਹਾ ਸੀ, ਜੋ ਆਪਾਂ ਗੱਲ ਕੀਤੀ ਮਾਹੀ ਤੋਂ ਨੀਚੇ ਆਪਣੇ ਲਈ ਨਰਮਦਾ ਸੀ, ਉੱਥੋਂ ਸਟਾਰਟ ਹੋ ਕੇ ਨੀਚੇ ਤੱਕ ਸਾਊਥ ਤੱਕ ਉਹ ਜਾ ਰਿਹਾ ਸੀਗਾ। ਇਸ ਦੇ ਵਿੱਚ ਆਪਣੇ ਲਈ ਮੇਜਰੀ ਆ ਜਾਂਦਾ ਹੈਗਾ ਮਹਾਰਾਸ਼ਟਰਾ, ਕਰਨਾਟਕਾ, ਤੇਲੰਗਾਨਾ ਐਂਡ ਰਿਆਲਸੀਮਾ ਪਲੇਟੋ, ਜੋ ਕਿ ਆਂਧਰਾ ਪ੍ਰਦੇਸ਼ ਦਾ ਰਿਆਲਸੀਮਾ। ਇਹ ਪਲੇਟੋਆਂ ਦਾ ਕੰਪੋਜੀਸ਼ਨ ਹੈ ਡੈਕਨ ਪਲੇਟੋ। ਇਸ ਦਾ ਜਰਨਲ ਸਲੋਪ ਕੀ ਹੈ, ਇਹ ਵੈਸਟ ਤੋਂ ਲੈ ਕੇ ਈਸਟ ਵੱਲ ਨੂੰ ਟੇਢਾ ਹੈਗਾ।
जो अपने लिए बिल्कुल ईस्टर्न ਤੇ भी नदियाँ स्टार्ट हो रही सी वो जाके बे ऑफ बंगाल ਦੇ ਵਿੱਚ ਡਿੱਗ ਰਹੀਆਂ ਸੀ क्योंकि ਇਹਦਾ ਸਲੋਪ ਵੈਸਟ ਟੂ ਈਸਟ ਵੱਲ ਹੈ ਜੀ। ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦੇ ਹੈਗੇ ਮੇਘਾਲਿਆ ਪਲੇਟੂ, ਜੋ ਆਪਾਂ ਦੇਖਿਆ ਸੀ ਗਾਰੋ ਖਾਸੀ ਹਿਲਸ ਦੇਖਿਆ ਸੀ, ਇਸੇ ਤਰ੍ਹਾਂ ਹੀ ਹਿਲਸ ਦੇ ਨਾਲ ਇੱਥੇ ਪਲੇਟੂ ਪਾਇਆ ਜਾਂਦਾ ਹੈਗਾ ਜਿੱਥੇ ਗਾਰੋ ਰਾਜ ਮਹਿਲ ਗੈਪ ਹੈਗਾ, ਉੱਥੇ ਸੈਂਟਰਲ ਲੈਂਡ ਤੋਂ ਇੱਕ ਮੇਨ ਲੈਂਡ ਤੋਂ ਇੱਕ ਪੈਨਿਸੂਲਰ ਬਲੌਕ ਹੈ ਜੋ ਗੈਪ ਬਣਾਉਂਦਾ ਹੈਗਾ ਅਤੇ ਉਸ ਤੋਂ ਵੱਖ ਹੁੰਦਾ, ਉੱਥੇ ਇਹ ਮੇਘਾਲਿਆ ਪਲੇਟੂ ਪਾਇਆ ਜਾਂਦਾ ਹੈਗਾ। ਇਹਦੇ ਵਿੱਚ ਈਸਟ ਟੂ ਵੈਸਟ ਪਲੇਟੂ ਦੇ ਵਿੱਚ ਗਾਰੋ ਖਾਸੀ, ਜੈਂਤਾ ਅਤੇ ਮਕੀਰ ਹਿਲਸ ਪਾਈਆਂ ਜਾਂਦੀਆਂ ਨੇਗੀਆਂ। ਇਸ ਤੋਂ ਬਾਅਦ ਹੀ ਆਪਾਂ ਦੇਖ ਲਿਆ ਛੋਟਾ ਨਾਗਪੁਰ ਪਲੇਟੂ ਦੇਖ ਲੈਂਦੇ ਇੱਕ, ਜੋ ਕਿ ਝਾਰਖੰਡ, ਛੱਤੀਸਗੜ੍ਹ ਅਤੇ ਪੁਰੇਲਾ ਰੀਜਨ ਹੋ ਗਿਆ ਵੈਸਟ ਬੰਗਾਲ ਦਾ, ਇਹਨਾਂ ਨੂੰ ਮਿਲਾ ਕੇ ਜੋ ਛੋਟਾ ਨਾਗਪੁਰ ਪਲੇਟੂ ਉੱਥੇ ਪਾਇਆ ਜਾਂਦਾ ਹੈਗਾ। ਅਤੇ ਬੇਸਿਕਲੀ ਇਹ ਤੁਹਾਡਾ ਜ਼ਿਆਦਾ ਹੀ ਇੱਕ ਮਿਨਰਲ ਰਿਚ ਏਰੀਆ ਮੰਨਿਆ ਜਾਂਦਾ ਛੋਟਾ ਨਾਗਪੁਰ ਪਲੇਟੂ ਨੂੰ। ਹਿਮਾਲਿਆਜ਼ ਦੇ ਵਿੱਚ ਆਪਣੇ ਲਈ ਆਪਾਂ ਪੜ੍ਹੇ ਸੀ ਅਰਾਵਲੀ ਰੇਂਜ ਆ ਗਿਆ, ਇਸੇ ਤਰ੍ਹਾਂ ਹੀ ਤੁਹਾਡੇ ਕੋਲ ਵਿੰਧਿਅਨ ਰੇਂਜ ਸੀ, ਸਤਪੁੜਾ ਰੇਂਜ ਪਾਈ ਜਾਂਦੀ, ਈਸਟਰਨ ਘਾਟ ਹੋ ਗਈ ਅਤੇ ਵੈਸਟਰਨ ਘਾਟ ਹੋ ਗਈ। ਵੈਸਟਰਨ ਘਾਟ ਦੇ ਵਿੱਚ ਜੋ ਅਲੱਗ-ਅਲੱਗ ਪਾਈਆਂ ਜਾਂਦੀਆਂ ਨੇਗੀਆਂ ਉਹਦੇ ਵਿੱਚ ਨੀਲਗਿਰੀ ਹਿਲਸ ਵੀ ਪਾਈਆਂ ਜਾਂਦੀਆਂ ਨੇਗੀਆਂ ਅਤੇ ਤਾਮਿਲਨਾਡੂ 'ਚ ਅੰਨਾਮਲਾਈ ਹਿਲਸ ਵੀ ਪਾਈਆਂ ਜਾਂਦੀਆਂ ਨੇ ਅਤੇ ਕੋਰੋਮੰਡਮ ਹਿਲਸ ਵੀ ਇਹਦੇ ਵਿੱਚ ਕੇਰਲਾ ਦੇ ਵਿੱਚ ਪਾਈਆਂ ਜਾਂਦੀਆਂ ਨੇ, ਵੈਸਟਰਨ ਘਾਟ ਦੇ ਵਿੱਚ ਹੀ ਉਹ ਆਉਂਦੀਆਂ ਨੇਗੀਆਂ। ਹੁਣ ਆਪਾਂ ਦੇਖ ਲੈਂਦੇ ਜੀ ਕੋਸਟਲ ਪਲੇਨਸ ਬਾਰੇ, ਜੋ ਆਪਣਾ ਕੋਸਟ ਏਰੀਆ ਉੱਥੇ ਆਪਣੇ ਲਈ ਕੁਝ ਪਲੇਨਸ ਪਾਏ ਜਾਂਦੇ ਨੇ, ਉਹਨਾਂ ਬਾਰੇ ਆਪਾਂ ਚੈੱਕ ਕਰ ਲੈਂਦੇ ਹਾਂ। ਈਸਟਰਨ ਸਾਈਡ 'ਤੇ ਆਪਣੇ ਲਈ ਜੋ ਪਲੇਨਸ ਪਾਏ ਜਾਂਦੇ ਆ ਉਹਨਾਂ ਨੂੰ ਬੋਲਦੇ ਆ ਈਸਟਰਨ ਕੋਸਟਲ ਪਲੇਨਸ। ਸੋ ਬੇਸਿਕਲੀ ਜੋ ਤੁਹਾਡੇ ਵੈਸਟ ਬੰਗਾਲ ਗੰਗਾ ਇੱਥੇ ਉੱਥੋਂ ਲੈ ਕੇ ਉਹ ਨੀਚੇ ਕੰਨਿਆ ਕੁਮਾਰੀ ਤੱਕ ਚੱਲਦੇ ਨੇਗੇ, ਇਹ ਪਲੇਨਸ ਨੂੰ ਬੋਲਿਆ ਜਾਂਦਾ ਈਸਟਰਨ ਕੋਸਟਲ ਪਲੇਨਸ। ਇਹਨਾਂ ਦੇ ਵਿੱਚ ਬੇਸਿਕਲੀ ਇਹਨਾਂ ਦਾ ਜੋ ਤੁਸੀਂ ਕਹਿ ਸਕਦੇ ਹੋ ਵੀ 1100 ਕਿਲੋਮੀਟਰ ਤੱਕ ਐਵਰੇਜ ਹੁੰਦੀ ਹੈ ਇਹਨਾਂ ਦੀ, 1100 ਕਿਲੋਮੀਟਰ ਤੱਕ ਇਹ ਚੱਲਦੇ ਨੇ ਇੱਥੋਂ ਲੈ ਕੇ, ਅਤੇ ਵਿਡਥ ਇਹਨਾਂ ਦੀ ਹੋ ਸਕਦੀ ਹੈ ਐਵਰੇਜ 'ਤੇ 120 ਕਿਲੋਮੀਟਰ, ਇੰਨੇ ਪਾਏ ਜਾਂਦੇ ਨੇ। ਇਸ ਤੋਂ ਬਾਅਦ ਹੀ ਇਹ ਉਤਕਲ ਪਲੇਨ ਨੇਗੇ ਇੱਕ ਪਾਏ ਜਾਂਦੇ ਨੇ, ਜੋ ਗੰਗਾ ਤੋਂ ਲੈ ਕੇ ਇੱਥੇ ਮਹਾਨਦੀ ਤੱਕ ਦਾ ਰੀਜਨ ਹੈ, ਇਸ ਦੇ ਵਿੱਚ ਪਾਏ ਜਾਂਦੇ ਆ। ਕੋਸਟਲ ਦੇ ਇਸੇ ਦੇ ਅੰਡਰ ਆਉਂਦੇ ਬਟ ਉਹ ਉੱਥੇ ਉਹ ਪਾਏ ਜਾਂਦੇ, ਉਹਨੂੰ ਬੋਲਦੇ ਨੇ ਉਤਕਲ ਪਲੇਨਸ। ਉਤਕਲ ਪਲੇਨਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਵਿੱਚ ਆ ਕੇ ਆਪਣੇ ਲਈ ਇਹ ਪਲੇਨਸ ਐਕਸਟੈਂਡ ਹੋ ਜਾਂਦੇ ਨੇ, ਸਦਨ ਤੱਕ ਐਕਸਟੈਂਡ ਹੋ ਜਾਂਦੇ ਨੇਗੇ, ਅਤੇ ਇਹ ਡੈਲਟਾਜ਼, ਲਾਰਜ ਡੈਲਟਾਜ਼ ਕ੍ਰੀਏਟ ਕਰਦੇ ਨੇ, ਜੋ ਆਪਾਂ ਕ੍ਰਿਸ਼ਨਾ ਅਤੇ ਗੋਦਾਵਰੀ ਰਿਵਰ ਦੇਖਿਆ ਸੀ ਜੋ ਬੇ ਆਫ ਬੰਗਾਲ 'ਚ ਡਿੱਗਦੀਆਂ ਸੀ। ਇਹ ਉਤਕਲ ਪਲੇਨਸ ਇੱਥੋਂ ਮਹਾਨਦੀ ਤੋਂ ਲੈ ਕੇ ਆਂਧਰਾ ਪ੍ਰਦੇਸ਼ ਦੇ ਵਿੱਚ ਐਕਸਟੈਂਡ ਹੋ ਕੇ ਕ੍ਰਿਸ਼ਨਾ ਅਤੇ ਗੋਦਾਵਰੀ ਦੇ ਇੱਕ ਲਾਰਜ ਡੈਲਟਾ ਬਣਾਉਂਦੇ ਨੇ, ਬੇ ਆਫ ਬੰਗਾਲ ਦੇ ਵਿੱਚ ਡਿੱਗਣ ਲੱਗੇ। ਇੱਕ ਚੀਜ਼ ਹੋਰ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ, ਜੋ ਬੇ ਆਫ ਬੰਗਾਲ ਦੇ ਵਿੱਚ ਨਦੀਆਂ ਡਿੱਗ ਰਹੀਆਂ ਨੇ ਉਹਨਾਂ ਦੇ ਜ਼ਿਆਦਾਤਰ ਉਹਨਾਂ ਦੇ ਹੀ ਡੈਲਟਾਜ਼ ਬਣ ਰਹੇ ਨੇ, ਜੋ ਈਸਟਰਨ ਸਾਈਡ 'ਤੇ ਡਿੱਗ ਰਹੀਆਂ ਨੇਗੀਆਂ ਜਾਂ ਤੁਸੀਂ ਕਹਿ ਸਕਦੇ ਹੋ ਅਰਬੀਅਨ ਸੀ 'ਚ ਡਿੱਗ ਰਹੀਆਂ ਨੇ, ਉਹਨਾਂ ਦੇ ਡੈਲਟਾਜ਼ ਫਾਰਮ ਨਹੀਂ ਹੁੰਦੇ ਕਿਉਂਕਿ ਉਹਨਾਂ ਦਾ ਰੂਟ ਬਹੁਤ ਛੋਟਾ ਹੁੰਦਾ ਹੈਗਾ। ਇਹਨਾਂ ਦੇ ਰੂਟ ਕਾਫੀ ਲੰਬੇ ਹੁੰਦੇ, ਕਾਫੀ ਦੂਰੋਂ ਆ ਰਹੀਆਂ ਹੁੰਦੀਆਂ, ਅਤੇ ਤੁਹਾਡਾ ਜੋ ਡੈਕਨ ਪਲੇਟੂ ਉਹਦਾ ਸਲੋਪ ਵੀ ਇਸ ਸਾਈਡ 'ਤੇ ਟੇਢਾ ਹੈਗਾ ਥੋੜ੍ਹਾ, ਤਾਂ ਇਸੇ ਕਰਕੇ ਇਹ ਇਸ ਸਾਈਡ ਦੇ ਵੱਲ ਹੀ ਡਿੱਗਦੀਆਂ ਨੇ ਅਤੇ ਡੈਲਟਾਜ਼ ਬਣਾਉਂਦੀਆਂ ਨੇਗੀਆਂ ਇਹ ਨਦੀਆਂ। ਹੁਣ ਆਪਾਂ ਜੀ ਗੱਲ ਕਰੀਏ ਵੈਸਟ ਕੋਸਟਲ ਪਲੇਨਸ ਦੀ, ਜੋ ਆਪਣੀ ਸਾਈਡ ਵੈਸਟਰਨ ਸਾਈਡ ਦੇ ਉੱਪਰ ਕੋਸਟਲ ਪਲੇਨਸ ਪਾਏ ਜਾਂਦੇ ਨੇ, ਉਹਦੇ ਵਿੱਚ ਇੰਪੋਰਟੈਂਟ ਆ ਜਾਂਦੇ ਨੇ ਕਿ ਤੁਹਾਡੇ ਕੱਛ ਪਲੇਨਸ ਆ ਜਾਂਦੇ ਨੇ, ਜੋ ਗੁਜਰਾਤ ਦੇ ਵਿੱਚ ਪਾਏ ਜਾਂਦੇ ਨੇ। ਇਹ 1500 ਕਿਲੋਮੀਟਰ ਤੱਕ ਲੌਂਗ ਹੋ ਜਾਂਦੇ, ਸੂਰਤ ਤੋਂ ਲੈ ਕੇ ਕੰਨਿਆ ਕੁਮਾਰੀ। ਗੁਜਰਾਤ ਵਿੱਚ ਸੂਰਤ ਤੋਂ ਲੈ ਕੇ ਨੀਚੇ ਕੰਨਿਆ ਕੁਮਾਰੀ ਤੱਕ 1500 ਕਿਲੋਮੀਟਰ ਤੱਕ ਲੌਂਗ ਹੋ ਜਾਂਦੇ ਨੇ। ਇਹਨਾਂ ਦੇ ਵਿੱਚ ਕੱਛ ਪਲੇਨਸ ਆ ਜਾਂਦੇ ਨੇ, ਜੋ ਗੁਜਰਾਤ ਦੇ ਵਿੱਚ ਪਾਏ ਜਾਂਦੇ ਨੇ। ਇਸ ਤੋਂ ਬਾਅਦ ਆ ਜਾਂਦੇ ਨੇ ਕਾਠੀਆਵਾੜ ਪਲੇਨਸ ਆ ਜਾਂਦੇ ਨੇਗੇ, ਜੋ ਰਨ ਆਫ ਕੱਛ ਤੋਂ ਲੈ ਕੇ ਦਮਨ ਦਿਊ ਦੀਆਂ ਜੋ ਸਾਈਟਸ ਨੇ ਉੱਥੇ ਤੱਕ ਚੱਲਦੇ ਨੇਗੇ। ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦੇ ਨੇ ਗੁਜਰਾਤ ਪਲੇਨਸ। ਇਸ ਤੋਂ ਬਾਅਦ ਆ ਜਾਂਦੇ ਨੇ ਕੋਨਕਨ ਪਲੇਨਸ, ਜੋ ਐਕਸਟੈਂਡ ਕਰਦੇ ਤੁਹਾਡੇ ਦਮਨ ਤੋਂ ਲੈ ਕੇ, ਜੋ ਆਪਾਂ ਦੇਖਿਆ ਸੀ ਇਸ ਸਾਈਡ ਦਾ ਏਰੀਆ, ਦਮਨ ਤੋਂ ਲੈ ਕੇ ਇੱਥੇ ਗੋਆ ਪਾਇਆ ਜਾਂਦਾ, ਗੋਆ ਤੱਕ ਐਕਸਟੈਂਡ ਕਰਦੇ ਨੇ। ਬੇਸਿਕਲੀ ਇਹਨਾਂ ਦੀ ਜੋ ਡਿਸਟੈਂਸ ਆ ਉਹ 500 ਕਿਲੋਮੀਟਰ ਹੈ। ਇਹਨਾਂ ਨੂੰ ਬੋਲਿਆ ਜਾਂਦਾ ਕੋਨਕਨ ਪਲੇਨਸ। ਇਸ ਤੋਂ ਬਾਅਦ ਕਰਨਾਟਕਾ ਸਟਾਰਟ ਹੋ ਜਾਂਦਾ ਹੈਗਾ, ਸਟੇਟ ਸਟਾਰਟ ਹੋ ਜਾਂਦੀ ਹੈ ਕਰਨਾਟਕਾ, ਤਾਂ ਉਹਦੇ ਵਿੱਚ ਜੋ ਪਲੇਨਸ ਪਾਏ ਜਾਂਦੇ ਆ ਉਹਨਾਂ ਨੂੰ ਕਰਨਾਟਕਾ ਪਲੇਨਸ ਬੋਲਿਆ ਜਾਂਦਾ। ਅਤੇ ਨੀਚੇ ਤੁਹਾਡਾ ਜੋ ਇਹ ਵਾਲਾ ਏਰੀਆ ਹੋਇਆ ਕੇਰਲਾ ਦਾ, ਇੱਥੇ ਜੋ ਪਲੇਨਸ ਪਾਏ ਜਾਂਦੇ ਇਹਨਾਂ ਨੂੰ ਕੇਰਲਾ ਪਲੇਨਸ ਜਾਂ ਮਾਲਾਬਾਰ ਪਲੇਨਸ ਬੋਲਿਆ ਜਾਂਦਾ, ਮਾਲਾਬਾਰ ਪਲੇਨਸ। ਇਹ ਪਾਏ ਜਾਂਦੇ ਨੇ ਬੇਸਿਕਲੀ ਜੀ ਆਪਣੇ ਲਈ ਵੈਸਟਰਨ ਕੋਸਟਨ ਸਾਈਡ 'ਤੇ। ਹੁਣ ਬੇਸਿਕ ਆਪਾਂ ਸਾਰੇ ਤੁਹਾਡੀ ਜੋ ਟੋਪੋਗ੍ਰਾਫੀ ਮੇਨਲੈਂਡ ਦੀ ਉਹ ਕਵਰ ਕਰ ਲਈ ਆ। ਹੁਣ ਆਪਾਂ ਦੇਖ ਲੈਂਦੇ ਜੋ ਇੰਡੀਅਨਸ ਦੇ ਆਈਲੈਂਡ ਪਾਏ ਜਾਂਦੇ ਨੇਗੇ। ਇੱਥੇ ਪਾਏ ਜਾਂਦੇ ਜੀ ਲਕਸ਼ਦੀਪ, ਇੱਥੇ ਪਾਏ ਜਾਂਦੇ ਨੇ ਤੁਹਾਡੇ ਕੋਲ ਅੰਡੇਮਾਨ ਨਿਕੋਬਾਰ। ਪਹਿਲਾਂ ਆਪਾਂ ਦੇਖ ਲੈਂਦੇ ਹੈਗੇ ਲਕਸ਼ਦੀਪ ਨੂੰ। ਕਿਸੇ ਵੀ ਗਰੁੱਪ ਆਫ ਜੋ ਆਈਲੈਂਡ ਨੇ, ਜਿਵੇਂ ਲਕਸ਼ਦੀਪ ਹੈ ਇਹਦੇ ਗਰੁੱਪ ਹੈ ਜਾਂ ਆਹ ਹੈ, ਇਹਨਾਂ ਨੂੰ ਬੋਲਦੇ ਨੇ ਆਰਕੀਪੈਲੋਜੀ। ਆਰਕੀਪੈਲਾਜੋ
ਇਹ ਇਹਨਾਂ ਦਾ ਨਾਮ ਬੋਲਦੇ ਜੀ ਗਰੁੱਪ ਆਫ ਆਈਲੈਂਡਸ ਹੁੰਦੇ ਨੇ। ਜੋ ਲਕਸ਼ਦੀਪ ਦੀ ਆਪਾਂ ਗੱਲ ਕਰ ਲਈਏ ਤਾਂ ਲਕਸ਼ਦੀਪ ਆਪਣਾ ਕੀ ਅਰਬਨ ਸੀ ਦੇ ਵਿੱਚ ਸਿਚੁਏਟਡ ਹੈਗਾ। ਅਤੇ ਜੀ ਇਹ ਜ਼ਿਆਦਾ ਆਪਾਂ ਦੇਖੇ ਸੀਗੇ ਜਦੋਂ ਆਪਾਂ ਅਟੋਲਸ ਕਰ ਰਹੇ ਸੀ ਪ੍ਰੀਵੀਅਸ ਕਲਾਸ ਦੇ ਵਿੱਚ। ਸੋ ਬੇਸਿਕਲੀ ਇਹ ਜੋ ਤੁਹਾਡੇ ਕੋਰਲ ਰੀਫਸ ਤੋਂ ਹੀ ਫਾਰਮ ਹੋਏ ਨੇਗੇ, ਅਟੋਲ ਆਈਲੈਂਡਸ ਨੇ ਬੇਸਿਕਲੀ ਜੋ ਤੁਹਾਡੇ ਲਕਸ਼ਦੀਪ ਦੇ ਪਾਏ ਜਾਂਦੇ ਨੇਗੇ। ਇਹਨਾਂ ਦੇ ਵਿੱਚ ਜੋ ਇੰਪੋਰਟੈਂਟ ਚੀਜ਼ ਹੈਗੀ, ਜੋ ਲਕਸ਼ਦੀਪ ਤੇ ਨੀਚੇ ਆ ਜਾਂਦਾ ਜੀ ਤੁਹਾਡੇ ਕੋਲ ਮਾਲਦੀਵਸ। ਇੱਥੇ ਲਕਸ਼ਦੀਪ ਦਾ ਤੇ ਇੱਥੇ ਕੰਟਰੀ ਪਾਈ ਜਾਂਦੀ ਹੈ ਮਾਲਦੀਵਸ, ਉਹ ਵੀ ਆਈਲੈਂਡ ਕੰਟਰੀ ਹੈ। ਜੋ ਇਹਨਾਂ ਨੂੰ ਸੈਪਰੇਟ ਕਰਦੀ ਹੈ, ਜੋ ਇੰਪੋਰਟੈਂਟ ਫੈਕਟਰ ਇੱਕ ਕੁਐਸਚਨ ਬਣ ਸਕਦਾ ਹੈ, ਉਹ ਇਹਨਾਂ ਨੂੰ ਸੈਪਰੇਟ ਕਰਨ ਵਾਲਾ ਇਹ ਜੀ 8 ਡਿਗਰੀ ਚੈਨਲ ਹੈ। 8 ਡਿਗਰੀ ਚੈਨਲ ਇਹਨਾਂ ਦੋਹਾਂ ਨੂੰ ਸੈਪਰੇਟ ਕਰਦਾ। ਇਹਦਾ ਇੱਕ ਛੋਟਾ ਜਿਹਾ ਆਈਲੈਂਡ ਹੋਰ ਹੈ, ਉਹਨੂੰ ਜੋ ਸੈਪਰੇਟ ਕਰਦਾ ਆਪਸ ਦੇ ਵਿੱਚ ਮਿਨੀਕੋਏ, ਲਾਸਟ ਆਈਲੈਂਡ ਹੈ ਮਿਨੀਕੋਏ। 9 ਡਿਗਰੀ ਚੈਨਲ ਲਕਸ਼ਦੀਪ ਨੂੰ ਮਿਨੀਕੋਏ ਤੋਂ ਡਿਫਰੈਂਟ ਕਰਦੇ ਜੀ। ਮਾਲਦੀਵ ਨੂੰ ਲਕਸ਼ਦੀਪ ਤੋਂ ਡਿਫਰੈਂਟ ਕਰਦੇ ਹੈ 8 ਡਿਗਰੀ ਚੈਨਲ। ਹੁਣ ਆਪਾਂ ਗੱਲ ਕਰੀਏ ਇਸ ਸਾਈਡ ਤੇ ਪਾਏ ਜਾਣ ਵਾਲੇ ਬੇ ਆਫ ਬੰਗਾਲ 'ਚ ਪਾਏ ਜਾਣ ਵਾਲੇ ਆਈਲੈਂਡਸ ਦੀ, ਜੋ ਨੇ ਆਪਣੇ ਕੋਲ ਅੰਡੇਮਾਨ ਨਿਕੋਬਾਰ, ਜਾਂ ਜਿਨ੍ਹਾਂ ਨੂੰ ਤੁਸੀਂ ਅੰਗਰੇਜ਼ਾਂ ਟਾਈਮ ਤੋਂ ਜਾਣਿਆ ਜਾਂਦਾ ਸੀ ਕਾਲੇ ਪਾਣੀ। ਇਹੀ ਸੀ ਤੁਹਾਡਾ ਜੋ ਕਾਲੇ ਪਾਣੀ ਜਾਣਿਆ ਜਾਂਦਾ ਸੀ। ਇਹਦੇ ਵਿੱਚ ਕਹਿੰਦੇ ਲਗਭਗ ਤੁਹਾਡੇ ਅੰਡੇਮਾਨ ਦੇ ਵਿੱਚ ਹੀ ਇਕੱਲੇ 325 ਆਈਲੈਂਡ ਪਾਏ ਜਾਂਦੇ ਨੇ। ਨਿਕੋਬਾਰ ਗਰੁੱਪ ਹੈ ਜੋ, ਉਹਦੇ ਵਿੱਚ ਲਗਭਗ ਪਾਏ ਜਾਂਦੇ ਨੇ 247 ਆਈਲੈਂਡ। ਇਹ ਆਈਲੈਂਡਸ ਇੰਨੇ ਤੁਹਾਡੇ ਅੰਡੇਮਾਨ ਨਿਕੋਬਾਰ ਦੇ ਵਿੱਚ ਪਾਏ ਜਾਂਦੇ ਨੇ। ਜੋ 10 ਡਿਗਰੀ ਚੈਨਲ ਹੈਗਾ, ਜਿੱਦਾਂ ਆਪਣਾ ਇੱਥੇ 9 ਡਿਗਰੀ ਚੱਲ ਰਿਹਾ ਸੀ, ਇਸ ਤਰ੍ਹਾਂ 10 ਡਿਗਰੀ ਜੋ ਚੈਨਲ ਹੈ ਉਹ ਅੰਡੇਮਾਨ ਅਤੇ ਨਿਕੋਬਾਰ ਨੂੰ ਡਿਫਰੈਂਟ ਕਰਦਾ। ਇੱਥੇ 10 ਡਿਗਰੀ ਚੈਨਲ ਇੰਪੋਰਟੈਂਟ ਕੁਐਸਚਨ ਬਣ ਸਕਦਾ ਇਹ। ਅਤੇ ਇਹਦੇ ਵਿੱਚ ਇੱਕ ਪਾਇਆ ਜਾਂਦਾ ਜੀ ਡੰਕਨ ਪਾਸੇਜ, ਜੋ ਸਦਨ, ਅਤੇ ਇੱਥੇ ਇੱਕ ਲਿਟਲ ਅੰਡੇਮਾਨ ਆਈਲੈਂਡ ਹੈਗਾ ਅਤੇ ਸਦਨ ਅੰਡੇਮਾਨ ਆਈਲੈਂਡ ਹੈ, ਉਹਦੇ ਵਿੱਚ ਦੀ ਇੱਕ ਪਾਸੇਜ ਜਾਂਦਾ, ਇੰਪੋਰਟੈਂਟ ਪਾਸੇਜ ਹੈ ਡੰਕਨ ਪਾਸੇਜ। ਇਹ ਇਹਨਾਂ ਦੇ ਵਿੱਚੋਂ ਗੁਜ਼ਰਦਾ ਜੀ। ਚਲੋ ਜੀ, ਇਹ ਸੀ ਆਪਣਾ ਅੰਡੇਮਾਨ ਨਿਕੋਬਾਰ ਆਈਲੈਂਡਸ ਅਤੇ ਲਕਸ਼ਦੀਪ, ਬੇਸਿਕਲੀ ਜੋ ਇੰਡੀਆ ਦੇ ਆਈਲੈਂਡਸ ਪਾਏ ਜਾਂਦੇ ਨੇਗੇ। ਹੁਣ ਆਪਾਂ ਦੇਖ ਲੈਂਦੇ ਹੈਗੇ ਕੁਝ ਫੈਕਟ ਤੁਹਾਡੇ ਡਰੇਨੇਜ ਸਿਸਟਮ ਆਫ ਇੰਡੀਆ ਦੇ। ਪਹਿਲਾਂ ਆਪਾਂ ਪੜ੍ਹ ਹੀ ਲਿਆ ਕਿ ਕਿਸ ਤਰ੍ਹਾਂ ਤੁਹਾਡੀ ਗੰਗਸ ਜਾ ਰਹੀ ਹੈਗੀ ਜਾਂ ਪੰਜਾਬ ਦੇ ਦਰਿਆ ਚੱਲ ਰਹੇ ਨੇਗੇ, ਇਹਨਾਂ ਦੇ ਬਾਰੇ। ਬਟ ਇਹਨਾਂ ਦੇ ਜੋ ਫੈਕਟਸ ਨੇ ਉਹ ਆਪਾਂ ਦੇਖ ਲੈਂਦੇ ਹੈਗੇ। 90% ਆਫ ਦਾ ਜੋ ਵਾਟਰ ਹੈਗਾ ਇੰਡੀਆ ਦਾ ਉਹ ਬੇ ਆਫ ਬੰਗਾਲ ਦੇ ਵਿੱਚ ਡਿੱਗਦਾ। 90%, 10% ਕੀ ਹੈ ਤੁਹਾਡਾ ਅਰਬਨ ਸੀ ਦੇ ਵਿੱਚ ਆਉਂਦਾ ਹੈਗਾ ਜੀ। ਰਿਵਰਸ ਜੋ ਤੁਹਾਡੇ ਹਿਮਾਲਿਆ ਦੀ ਫਾਰਮੇਸ਼ਨ ਤੋਂ ਪਹਿਲਾਂ ਦੇ ਵੀ ਚੱਲ ਰਹੇ ਨੇ, ਉਹਨਾਂ ਨੂੰ ਬੋਲਿਆ ਜਾਂਦਾ ਐਂਟੀਸੀਡੈਂਟ ਰਿਵਰ। ਐਂਟੀਸੀਡੈਂਟ ਰਿਵਰ ਉਹਨਾਂ ਨੂੰ ਬੋਲਦੇ ਆ ਜੋ ਹਿਮਾਲਿਆ ਤੋਂ ਵੀ ਪਹਿਲਾਂ ਦੇ ਬਣੇ ਹੋਏ ਨੇ। ਉਹਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਨੇਗੇ? ਇੰਡਸ, ਬ੍ਰਹਮਪੁੱਤਰਾ ਅਤੇ ਸਤਲੁਜ। ਇਹ ਤਿੰਨੋਂ ਰਿਵਰ ਇਹੋ ਜਿਹੇ ਨੇ ਕਿ ਹਿਮਾਲਿਆ ਦੀ ਫਾਰਮੇਸ਼ਨ ਤੋਂ ਵੀ ਜੋ ਪਹਿਲਾਂ ਦੇ ਬਣੇ ਹੋਏ ਨੇ, ਪਹਿਲਾਂ ਤੋਂ ਉਹ ਇਸੇ ਰੂਟ ਦੇ ਉੱਤੇ ਚੱਲ ਰਹੇ ਨੇਗੇ। ਅਤੇ ਹਿਮਾਲਿਆ ਫਾਰਮ ਤੋਂ ਹੋਣ ਤੋਂ ਬਾਅਦ ਉਹ ਲਗਾਤਾਰ ਕੱਟ ਕਰਕੇ ਪਾਣੀ ਕੱਟ ਕਰਕੇ ਆਪਣਾ ਪਾਸ ਬਣਾ ਕੇ ਇੰਡੀਆ ਦੇ ਵਿੱਚ ਉਹ ਐਂਟਰ ਕਰ ਹੀ ਰਹੇ ਨੇ ਕਿਸੇ ਦਾ ਕਿਸੇ ਹਿਸਾਬ ਦੇ ਨਾਲ। ਹੁਣ ਆਪਾਂ ਜੋ ਇੰਡੀਆ ਦਾ ਡਰੇਨੇਜ ਸਿਸਟਮ ਹੈ ਉਹਨੂੰ 2 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਆ ਜਾਏਗਾ ਪੈਨੀਸੂਲਰ ਰਿਵਰ ਅਤੇ ਇੱਕ ਆ ਜਾਏਗਾ ਹਿਮਾਲਿਅਨ ਰਿਵਰ। ਹਿਮਾਲਿਆ ਦੇ ਵਿੱਚ ਆਪਣੇ ਲਈ ਉਹ ਆ ਜਾਣਗੇ ਜੋ ਹਿਮਾਲਿਆਸ ਤੋਂ ਜਨਰੇਟ ਹੁੰਦਾ। ਪੈਨੀਸੂਲਰ ਤੁਹਾਡੇ ਬੇਸਿਕਲੀ ਨੀਚੇ ਦੇ ਪਾਰਟ ਦੇ ਵਿੱਚ ਆ ਜਾਣਗੇ ਜੋ ਆਪਣੇ ਡੈਕਨ ਪਲੇਟੂ ਦੇ ਨੇਗੇ ਜਾਂ ਈਸਟਰਨ ਵੈਸਟਰਨ ਘਾਟਸ ਦੇ ਰਿਵਰਸ ਬਣਦੇ ਨੇਗੇ। ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਹਿਮਾਲਿਅਨ ਰਿਵਰ, ਉਹਦੇ ਵਿੱਚ ਆਪਣੇ ਲਈ ਆ ਜਾਂਦਾ ਇੰਡਸ, ਜਿਹਨੂੰ ਸਿੰਧੂ ਵੀ ਬੋਲਿਆ ਜਾਂਦਾ। ਅਤੇ ਇਹਦਾ ਰਿਵਰ ਬੇਸਿਨ ਦਾ ਕਵਰਿੰਗ ਏਰੀਆ ਜੀ 11,78,440 ਕਿਲੋਮੀਟਰ ਸਕੁਏਅਰ। ਅਤੇ ਟੋਟਲ ਲੈਂਥ ਹੈ ਜੋ ਇੰਡਸ ਦੀ ਜਾਂ ਸਿੰਧੂ ਦੀ ਟੋਟਲ ਲੈਂਥ ਹੈਗੀ ਉਹ 2880 ਕਿਲੋਮੀਟਰ ਟੋਟਲ ਲੈਂਥ ਇਹਦੀ ਪਾਈ ਜਾਂਦੀ ਹੈਗੀ। ਅਤੇ ਇੰਡੀਆ ਦੇ ਵਿੱਚ ਓਨਲੀ 700 ਕਿਲੋਮੀਟਰ ਹੈ। ਇੰਡੀਆ 'ਚ ਓਨਲੀ 700 ਕਿਲੋਮੀਟਰ ਹੈ, ਇਹ ਦੀ ਟੋਟਲ ਲੈਂਥ ਪਾਈ ਜਾਂਦੀ ਹੈਗੀ। ਇਹ ਜੋ ਇੰਡਸ ਹੈ ਜੀ ਓਰੀਜੀਨੇਟ ਹੁੰਦਾ ਬੁਖਾਰਚੂ ਗਲੇਸ਼ੀਅਰ। ਬੁਖਾਰਚੂ ਗਲੇਸ਼ੀਅਰ ਇੱਕ ਪਾਇਆ ਜਾਂਦਾ ਤਿੱਬਤ ਦੇ ਵਿੱਚ। ਬੁਖਾਰਚੂ ਗਲੇਸ਼ੀਅਰ ਤਿੱਬਤ ਦੇ ਵਿੱਚ ਪਾਇਆ ਜਾਂਦਾ। ਮਾਨਸਰੋਵਰ ਲੇਕ ਦੇ ਨੇੜੇ ਪਾਇਆ ਜਾਂਦਾ। ਇਹ ਮਾਨਸਰੋਵਰ ਲੇਕ, ਉਹਦੇ ਨੇੜੇ ਬੁਖਾਰਚੂ ਗਲੇਸ਼ੀਅਰ ਪਾਇਆ ਜਾਂਦਾ। ਉੱਥੋਂ ਤੁਹਾਡਾ ਜੋ ਬ੍ਰਹਮਪੁੱਤਰ ਹੈਗਾ ਇੰਡਸ ਹੈ ਉਹ ਓਰੀਜੀਨੇਟ ਹੁੰਦਾ। ਮਾਨਸਰੋਵਰ ਤੋਂ ਕਿਹੜਾ ਲੇਕ ਓਰੀਜੀਨੇਟ ਹੁੰਦਾ? ਰਿਵਰ ਹੁੰਦਾ ਹੈਗਾ ਉਹ ਹੁੰਦਾ ਸਤਲੁਜ, ਮਾਨਸਰੋਵਰ ਤੋਂ ਕੈਲਾਸ਼ ਦੇ ਨੇੜੇ। ਤਿੱਬਤ ਦੇ ਵਿੱਚ ਇਹਨੂੰ ਬੋਲਿਆ ਜਾਂਦਾ ਸਿੰਗੀ ਖੰਬਨ ਜਾਂ ਲੋਇਨਜ਼ ਮਾਊਥ। ਇੰਡਸ ਨੂੰ ਸਿੰਗੀ ਖੰਬਨ ਜਾਂ ਲੋਇਨਜ਼ ਮਾਊਥ।
जम्मू कश्मीर च ਇਹਦੀਆਂ जो हिमालय ਦੀਆਂ ट्रिब्यूटरीज ਪਾਈ ਜਾਂਦੇ ਨੇ ਉਹ ਨੇ ਜਾਂਸकर, द्रास, श्योक, शिगार, नुब्रा ਤੇ गिलगिट। ਇਹ ਇਹਦੀਆਂ ट्रिब्यूटरीज ਪਾਈ ਜਾਂਦੀਆਂ ਨੇਗੀਆਂ। जो इंडस वाटर ट्रीटी इंडिया ਤੇ पाकिस्तान ਦੀ ਹੋਈ ਸੀ ਉਹਦੇ ਅਕੋਰਡਿੰਗ 1960 ਦੇ ਵਿੱਚ ਹੋਈ ਸੀ। ਇੰਡੀਆ ਜੋ ਇੰਡਸ ਦਾ ਜਾਂ ਡਿਸਚਾਰਜ ਹੋ ਰਿਹਾ ਇੰਡਸ ਤੇ ਜੇਹਲਮ ਤੇ ਇੱਕ ਸੀਗਾ ਚੇਨਾਬ, ਇਹਨਾਂ ਦਾ 20% ਤੱਕ ਪਾਣੀ ਯੂਜ਼ ਕਰ ਸਕਦਾ ਹੈਗਾ, ਬਾਕੀ ਪਾਕਿਸਤਾਨ ਨੂੰ ਦੇਣਾ ਪਏਗਾ। ਤੇ ਬਾਕੀ ਜਿਹੜੇ ਆਪਣੇ ਹੋਰਾਂ ਦੇ ਰਿਵਰ ਹੋ ਗਏ ਇਹਦਾ ਮੋਸਟ ਆਫ ਪਾਣੀ ਜਿਵੇਂ ਰਾਵੀ, ਸਤਲੁਜ, ਬਿਆਸ ਇੰਡੀਆ ਇਹਨਾਂ ਦਾ ਯੂਜ਼ ਕਰ ਸਕਦਾ ਤੇ ਥੋੜ੍ਹਾ ਕੁ ਪਾਕਿਸਤਾਨ ਨੂੰ। ਇਸ ਤਰ੍ਹਾਂ 80-20 ਦੀ ਸੈਟਲਮੈਂਟ ਆਈ ਥਿੰਕ ਇਹਨਾਂ 'ਚ ਵੀ, ਤੇ ਇਹ ਟਰੀਟੀ ਦੇ ਅਕੋਰਡਿੰਗ ਹੋਇਆ ਸੀਗਾ। ਜੋ ਇੰਡਸ ਹੈ ਨੀਅਰ ਮਾਨਸਰੋਵਰ ਤੋਂ ਸੋਰਸ ਹੁੰਦਾ ਜੀ, ਇਹ ਅਰਬੀਅਨ ਸੀ ਦੇ ਵਿੱਚ ਜਾਂਦਾ। ਜੇਹਲਮ ਹੈ ਜੋ ਉਹ ਵੈਰੀਨਾਗ ਤੋਂ ਸ਼ੁਰੂ ਹੁੰਦਾ ਤੇ ਇਹਦੀ ਟੋਟਲ ਲੈਂਥ ਹੈਗੀ 724 ਕਿਲੋਮੀਟਰ। ਡਿੱਗਦਾ ਕਾਹਦੇ 'ਚ ਹੈ ਜਾ ਕੇ ਰਲਦਾ ਹੈ ਚੇਨਾਬ ਦੇ ਵਿੱਚ ਰਲਦਾ ਹੈਗਾ। ਚੇਨਾਬ ਹੈ ਜੋ ਬਾਰਾਲਾਚਾ ਪਾਸ ਹੈਗਾ 1180 ਕਿਲੋਮੀਟਰ ਇਹਦੀ ਟੋਟਲ ਲੈਂਥ ਹੈਗੀ, ਜਾ ਕੇ ਇੰਡਸ ਦੇ ਵਿੱਚ ਇਹ ਰਲਦਾ ਹੈਗਾ। ਰਾਵੀ ਹੈ ਰੋਹਤਾਂਗ ਪਾਸ ਤੋਂ ਇਹ ਜਨਰੇਟ ਹੁੰਦਾ, ਜੋ ਆਪਾਂ ਗੱਲ ਕੀਤੀ ਸੀ ਜੋ ਰੋਹਤਾਂਗ ਪਾਸ ਤੋਂ ਉਹਨੂੰ ਕੁੱਲੂ ਮਨਾਲੀ ਤੇ ਸਪੀਤੀ ਨੂੰ ਜੋੜਦਾ ਉੱਥੋਂ ਜਨਰੇਟ ਹੁੰਦਾ। 725 ਕਿਲੋਮੀਟਰ ਟੋਟਲ ਇਹਦੀ ਲੈਂਥ ਹੈ ਤੇ ਜਾ ਕੇ ਇਹ ਚੇਨਾਬ ਦੇ ਵਿੱਚ ਰਲ ਜਾਂਦਾ। ਬਿਆਸ ਤੁਹਾਡਾ ਰੋਹਤਾਂਗ ਪਾਸ ਨੇੜੇ ਹੀ ਉੱਥੋਂ ਉਹ ਵੀ ਜਨਰੇਟ ਹੁੰਦਾ, ਇਹਦੀ 460 ਕਿਲੋਮੀਟਰ ਲੈਂਥ ਹੈਗੀ ਤੇ ਪੰਜਾਬ ਦੇ ਵਿੱਚ ਹੀ ਹਰੀਕੇ ਵੈਟਲੈਂਡ ਤੇ ਇਹ ਸਤਲੁਜ ਦੇ ਵਿੱਚ ਰਲ ਜਾਂਦਾ। ਸਤਲੁਜ ਹੈ ਜੋ ਮਾਨਸਰੋਵਰ ਜਾਂ ਰਾਕਾਸ ਲੇਕ ਹੈਗੀ ਉੱਥੋਂ ਜਨਰੇਟ ਹੁੰਦਾ। ਟੋਟਲ 1450 ਕਿਲੋਮੀਟਰ ਇਹਦੀ ਲੈਂਥ ਹੈ, ਜਿਹਤੋਂ 1050 ਕਿਲੋਮੀਟਰ ਇੰਡੀਆ ਦੇ ਵਿੱਚ ਵਗਦਾ ਇਹ ਤੇ ਜਾ ਕੇ ਜੀ ਇਹ ਚੇਨਾਬ ਦੇ ਵਿੱਚ ਰਲ ਜਾਂਦਾ। ਬੇਸਿਕਲੀ ਇਹ ਸਾਰੇ ਰਲ ਕੇ ਇੱਕ ਰਿਵਰ ਦੇ ਵਿੱਚ ਰਲ ਕੇ ਜਾ ਕੇ ਅੱਗੇ ਇੰਡਸ ਦੇ ਵਿੱਚ ਰਲ ਜਾਂਦੇ ਨੇ ਜੀ। ਇਸ ਤੋਂ ਬਾਅਦ ਆਪਣੇ ਲਈ ਆ ਜਾਂਦਾ ਗੰਗਾ। ਗੰਗਾ ਤੁਹਾਡਾ ਸੈਕਿੰਡ ਮੋਸਟ ਇੰਪੋਰਟੈਂਟ ਆ ਜਾਂਦਾ ਹਿਮਾਲਿਆ ਤੋਂ ਇੰਡਸ ਸਿਸਟਮ ਤੋਂ ਬਾਅਦ। ਇਹ ਗੰਗੋਤਰੀ ਗਲੇਸ਼ੀਅਰ ਤੋਂ ਸ਼ੁਰੂ ਹੁੰਦੀ ਹੈ, ਜੋ ਕਿ ਗਊਮੁਖ ਗਲੇਸ਼ੀਅਰ ਹੈ 7010 ਮੀਟਰ ਦੀ ਉਚਾਈ ਤੇ ਉੱਤਰਾਖੰਡ 'ਚ ਉੱਥੋਂ ਸ਼ੁਰੂ ਹੁੰਦੀ ਹੈ। ਪਹਿਲਾਂ ਇਹ ਭਾਗੀਰਥੀ ਹੁੰਦੀ ਹੈ ਤੇ ਇੱਕ ਸਾਈਡ ਤੋਂ ਆ ਰਹੀ ਹੈ ਭਾਗੀਰਥੀ, ਇੱਕ ਸਾਈਡ ਤੋਂ ਆ ਰਹੀ ਹੈ ਅਲਕਨੰਦਾ। ਦੋ ਰਿਵਰ ਆ ਰਹੀਆਂ ਹੁੰਦੀਆਂ ਨੇ ਤੇ ਇਹ ਜਾ ਕੇ ਦੇਵ ਪ੍ਰਯਾਗ ਨਾਂ ਦੀ ਜਗ੍ਹਾ ਹੈਗੀ ਉੱਤਰਾਖੰਡ ਦੇ ਵਿੱਚ, ਹਾਂ ਦੇਵ ਪ੍ਰਯਾਗ, ਉੱਥੇ ਜਾ ਕੇ ਇਹ ਦੋਨੋਂ ਜੁੜ ਜਾਂਦੀਆਂ ਨੇ ਤੇ ਉੱਥੋਂ ਇਹ ਗੰਗਾ ਬਣ ਜਾਂਦੀ ਹੈ। ਜਦੋਂ ਆ ਕੇ ਜੁੜ ਜਾਂਦੀ ਹੈ, ਬਹੁਤ ਹੀ ਮਸ਼ਹੂਰ ਜਗ੍ਹਾ, ਉੱਥੇ ਤੁਸੀਂ ਦੇਖ ਸਕਦੇ ਹੋ। ਇਹ ਪਿਕਸ ਬਹੁਤ ਜ਼ਿਆਦਾ ਇਹਦੀਆਂ ਵਾਇਰਲ ਵੀ ਨੇਗੀਆਂ, ਇੰਟਰਨੈਟ 'ਤੇ ਮਿਲ ਜਾਣਗੀਆਂ। ਉੱਥੇ ਜਾ ਕੇ ਜੁੜ ਜਾਂਦੀਆਂ ਨੇਗੇ ਤੇ ਇਹ ਉੱਥੋਂ ਗੰਗਾ ਕਹਾਣੀ ਉਹਨੂੰ ਸ਼ੁਰੂ ਕਰ ਦਿੰਦੇ ਨੇ ਜੀ। ਇਹ ਬੇਸਿਕਲੀ ਇਹਦੀਆਂ ਜੋ ਖੱਬੇ ਸਾਈਡ ਦੀਆਂ ਟ੍ਰਿਬਿਊਟਰੀਜ਼ ਨੇ, ਆਪਾਂ ਜਿਵੇਂ ਦੇਖਿਆ ਸੀਗਾ ਕਾਲੀ ਹੋ ਗਿਆ, ਗੰਡਕ, ਕੋਸੀ, ਮਹਾਨੰਦਾ ਜਾਂ ਰਾਮ ਗੰਗਾ, ਇਹਦੀਆਂ ਲੈਫਟ ਸਾਈਡ ਦੀਆਂ ਟ੍ਰਿਬਿਊਟਰੀਜ਼। ਰਾਈਟ ਸਾਈਡ ਦੀਆਂ ਟ੍ਰਿਬਿਊਟਰੀਜ਼ ਇਹਦੀਆਂ ਯਮਨਾ ਆ ਗਈਆਂ ਜੋ ਇਹਨੂੰ ਇਲਾਹਾਬਾਦ 'ਤੇ ਜੁਆਇਨ ਕਰਦੀ ਹੈ। ਕੋਸੀ ਹੋ ਗਿਆ, ਦਮੋਦਰ ਹੋ ਗਿਆ। ਦਮੋਦਰ ਇੱਦਾਂ ਹੀ ਜੋ ਆਪਣੇ ਲਈ ਕੋਸੀ ਸੀ ਸੌਰਵ ਆਫ ਬਿਹਾਰ ਦੇਖਿਆ ਸੀ, ਦਮੋਦਰ ਆਪਣੇ ਲਈ ਸੌਰਵ ਆਫ ਬੰਗਾਲ ਹੈ, ਉਹ ਜਾ ਕੇ ਬੰਗਾਲ ਦੇ ਵਿੱਚ ਰਲਦਾ ਹੈਗਾ ਗੰਗਾ ਦੇ ਨਾਲ ਤੇ ਬੰਗਾਲ ਦੇ ਵਿੱਚ ਬਹੁਤ ਜ਼ਿਆਦਾ ਫਲੱਡ ਆਉਂਦੇ ਉਹਦੇ ਕਰਕੇ, ਇਸ ਕਰਕੇ ਸੌਰਵ ਆਫ ਬੰਗਾਲ ਬੋਲਦੇ ਆ ਉਸਨੂੰ। ਗੰਗਾ ਜੀ ਗੰਗੋਤਰੀ ਤੋਂ ਸ਼ੁਰੂ ਹੁੰਦਾ ਤੇ ਟੋਟਲ ਲੈਂਥ ਇਹਦੀ 25 ਕਿਲੋਮੀਟਰ ਹੈ, 2525 ਕਿਲੋਮੀਟਰ। ਯਮੁਨਾ ਯਮਨੋਤਰੀ ਗਲੇਸ਼ੀਅਰ ਤੋਂ ਸ਼ੁਰੂ ਹੁੰਦੀ ਹੈ ਤੇ ਇਹਦੀ ਟੋਟਲ ਲੈਂਥ 1376 ਹੈਗੀ। ਚੰਬਲ ਹੈ ਜੋ ਨੀਅਰ ਮੋਹੋ ਮੱਧ ਪ੍ਰਦੇਸ਼ ਦੇ ਵਿੱਚ, ਚੰਬਲ ਦੇ ਜੋ ਹਾਈਲੈਂਡਸ ਨੇ ਉੱਥੋਂ ਸ਼ੁਰੂ ਹੁੰਦੀ ਹੈ, ਉਹਦੀ ਟੋਟਲ ਲੈਂਥ 1050 ਕਿਲੋਮੀਟਰ ਹੈ। ਰਾਮ ਗੰਗਾ ਗੜਵਾਲ ਡਿਸਟ੍ਰਿਕਟ ਹੈ ਉੱਤਰਾਖੰਡ ਦੇ ਵਿੱਚ, ਉੱਥੋਂ ਹੁੰਦੀ ਹੈ 596 ਇਹਦੀ ਟੋਟਲ ਲੈਂਥ ਹੈਗੀ। ਘੱਗਰ ਹੈ ਜੋ ਇਹ ਸਾਊਥ ਆਫ ਮਾਨਸਰੋਵਰ ਲੇਕ ਹੈ ਉੱਥੋਂ ਜਨਰੇਟ ਹੁੰਦਾ ਤੇ 1080 ਇਹਦੀ ਕਿਲੋਮੀਟਰ ਜੋ ਲੈਂਥ ਹੈਗੀ। ਸੋਨ ਦੀ ਅਮਰਕੰਟਕ ਪਲੇਟੂ 'ਚੋਂ ਇਹ ਸ਼ੁਰੂ ਹੁੰਦਾ ਸੋਨ ਰਿਵਰ, 784 ਕਿਲੋਮੀਟਰ ਇਹਦੀ ਲੈਂਥ ਹੈਗੀ। ਦਮੋਦਰ ਛੋਟਾ ਨਾਗਪੁਰ ਪਲੇਟੂ ਜੋ ਆਪਾਂ ਦੇਖਿਆ ਸੀਗਾ ਇਸ ਸਾਈਡ ਛੱਤੀਸਗੜ੍ਹ ਵਾਲੀ ਸਾਈਡ, ਉੱਥੋਂ ਜਾ ਕੇ ਬੰਗਾਲ ਦੇ ਵਿੱਚ ਜਾ ਕੇ ਗੰਗਾ ਦੇ ਵਿੱਚ ਰਲਦਾ ਹੈਗਾ ਤੇ ਇਹਦੀ ਟੋਟਲ 541 ਕਿਲੋਮੀਟਰ ਲੈਂਥ ਹੈ। ਐਂਡ ਗੰਡਕ ਹੈ ਜੋ ਇਹ ਤਿੱਬਤ ਤੇ ਨੇਪਾਲ ਦੇ ਬਾਰਡਰ ਤੋਂ ਸ਼ੁਰੂ ਹੁੰਦਾ ਤੇ ਗੰਡਕ ਇੰਡੀਆ ਦੇ ਵਿੱਚ 425 ਕਿਲੋਮੀਟਰ ਪਾਇਆ ਜਾਂਦਾ ਹੈਗਾ। ਇਸ ਤਰ੍ਹਾਂ ਹੀ ਕੋਸੀ ਹੈ ਜੋ ਸਿੱਕਮ, ਨੇਪਾਲ, ਤਿੱਬਤ ਇਹਨਾਂ ਹਿਮਾਲਿਆਸ ਦੇ ਵਿੱਚੋਂ ਜਨਰੇਟ ਹੁੰਦੀ ਹੈ ਤੇ 730 ਕਿਲੋਮੀਟਰ ਇਹ ਇੰਡੀਆ ਦੇ ਵਿੱਚ ਪਾਏ ਜਾਂਦੇ ਨੇ ਜੀ। ਇਹ ਆ ਗਏ ਤੁਹਾਡੇ ਗੰਗਾ ਦੇ। ਉਸ ਤੋਂ ਬਾਅਦ ਆਪਾਂ ਅਗਰ ਬ੍ਰਹਮਪੁੱਤਰਾ ਦੀ ਗੱਲ ਕਰੀਏ ਤਾਂ ਬ੍ਰਹਮਪੁੱਤਰਾ ਆਪਾਂ ਦੇਖਿਆ ਸੀ ਕੈਲਾਸ਼ ਪਰਬਤ ਕੋਲੋਂ ਸ਼ੁਰੂ ਹੁੰਦਾ, ਇਹ ਬਹੁਤ ਹੀ ਵੱਡਾ ਰਿਵਰ ਹੈ ਇੱਕ। ਇਹਨੂੰ ਤਿੱਬਤ ਦੇ ਵਿੱਚ ਕਿਹਾ ਜਾਂਦਾ ਸਾਂਗਪੋ, ਟੀ ਦੇ ਨਾਲ ਸਾਂਗਪੋ ਪੈਂਦਾ ਹੈਗਾ ਤੇ ਦਿਹਾਂਗ ਔਰ ਸਿਆਂਗ ਇਹਨੂੰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਕਿਹਾ ਜਾਂਦਾ। ਇਹ ਨਾਮਸ ਇੰਪੋਰਟੈਂਟ ਨੇ, ਤੁਸੀਂ ਯਾਦ ਰੱਖ ਲਿਓ। ਤੇ ਬ੍ਰਹਮਪੁੱਤਰਾ ਇਹਨੂੰ ਅਸਾਮ ਦੇ ਵਿੱਚ ਕਿਹਾ ਜਾਂਦਾ ਤੇ ਬੰਗਲਾਦੇਸ਼ ਦੇ ਵਿੱਚ ਇਹਨੂੰ ਬੋਲਿਆ ਜਾਂਦਾ ਜਮੁਨਾ ਬੰਗਲਾਦੇਸ਼ ਦੇ ਵਿੱਚ। ਬ੍ਰਹਮਪੁੱਤਰਾ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਡੇ ਰਿਵਰ ਆਈਲੈਂਡ ਵੀ ਪਾਏ ਜਾਂਦੇ ਨੇਗੇ।
ਤੇ ਜਦੋਂ ਆਪਾਂ ਦੇਖਿਆ ਸੀ ਪਹਾੜਾਂ ਤੋਂ ਆਉਂਦਾ ਇੱਕਦਮ ਮੈਦਾਨ ਦੇ ਵਿੱਚ ਆਉਂਦਾ ਸਾਰੀ ਡਿਪੋਜੀਸ਼ਨ ਕ੍ਰੀਏਟ ਹੁੰਦੀ ਜਿੱਦਾਂ ਆਪਣੇ ਵਿੱਚ ਡੈਲਟਾ ਕ੍ਰੀਏਟ ਹੁੰਦਾ, ਬਟ ਇਹ ਸਮੁੰਦਰ ਦੇ ਵਿੱਚ ਨਹੀਂ ਰਲ ਰਿਹਾ ਤੇ ਅੱਗੇ ਚੱਲ ਰਿਹਾ ਤਾਂ ਉਹ ਰਿਵਰ ਦੇ ਵਿੱਚ ਫਿਰ ਵੀ ਆਈਲੈਂਡ ਬਣਾ ਜਾਂਦਾ ਤੇ ਉਹਨਾਂ ਦੇ ਵਿੱਚੋਂ ਮੋਜੂਲੀ ਆਈਲੈਂਡ ਹੈ ਜੋ ਬਹੁਤ ਹੀ ਵੱਡਾ ਇੱਕ ਰਿਵਰਾਈਨ ਆਈਲੈਂਡ ਪਾਇਆ ਜਾਂਦਾ ਜੀ। ਬ੍ਰਹਮਪੁੱਤਰਾ ਜੋ ਹੈ ਗਲੇਸ਼ੀਅਰ ਪਾਇਆ ਜਾਂਦਾ, ਕੈਲਾਸ਼ ਰੇਂਜ ਦੇ ਨੇੜੇ ਇੱਕ ਗਲੇਸ਼ੀਅਰ ਪਾਇਆ ਜਾਂਦਾ, ਚੇਮਾਯੋਂਗਦੋਂਗ ਨਾਮ ਦਾ ਗਲੇਸ਼ੀਅਰ ਪਾਇਆ ਜਾਂਦਾ, ਉੱਥੋਂ ਇਹ ਜਨਰੇਟ ਹੁੰਦਾ। ਟੋਟਲ ਲੈਂਥ ਇਹਦੀ 2900 ਕਿਲੋਮੀਟਰ ਹੈ, ਬਟ 900 ਕਿਲੋਮੀਟਰ ਇੰਡੀਆ ਦੇ ਵਿੱਚ ਇਹ ਪਾਇਆ ਜਾਂਦਾ ਓਨਲੀ। ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਪੈਨੀਸੂਲਰ ਰਿਵਰ ਜੋ ਆਪਣੇ ਨੀਚੇ ਦੇ ਰਿਵਰਸ ਨੇਗੇ। ਇਹਦੇ ਵਿੱਚ ਤੁਹਾਡੇ ਕੋਲ ਬੇਸਿਕਲੀ ਆ ਜਾਂਦੇ ਨੇਗੇ, ਇੱਕ ਤਾਂ ਜੋ ਈਸਟ ਸਾਈਡ ਫਲੋ ਕਰ ਰਹੇ ਨੇ, ਵੈਸਟ ਸਾਈਡ ਤਾਂ ਆਪਣੇ ਲਈ ਈਸਟ ਸਾਈਡ ਤਾਂ ਆਪਣੇ ਲਈ ਬੇਸਿਕਲੀ ਉੱਪਰ ਹੀ ਨੇ, ਈਸਟਰਨ ਤੋਂ ਕੀ ਕਹਿ ਸਕਦੇ ਤੁਸੀਂ, ਵੈਸਟ ਸਾਈਡ ਦੇ ਵਿੱਚ ਤਾਂ ਉੱਪਰ ਹੀ ਪਾਏ ਜਾਂਦੇ, ਜੋ ਆਪਣੇ ਵੈਸਟਰਨ ਘਾਟਸ ਨੇ ਉਹਦੇ ਉੱਪਰ 2-3 ਰਿਵਰਸ ਪਾਏ ਜਾਂਦੇ ਨੇ, ਮਾਹੀ ਹੋ ਗਿਆ ਜਾਂ ਨਰਮਦਾ ਹੋ ਗਿਆ, ਉਸ ਤਰ੍ਹਾਂ ਦੀਆਂ। ਨੀਚੇ ਜੋ ਵੈਸਟ ਸਾਈਡ ਦੇ ਵਿੱਚ ਆਪਣੇ ਰਿਵਰ ਪਾਏ ਜਾਂਦੇ ਉਹ ਮਹਾਨਦੀ ਪਾਈ ਜਾਂਦੀ ਆ, ਜਿਹਦੀ 857 ਕਿਲੋਮੀਟਰ ਰੇਂਜ ਹੈਗੀ ਅਤੇ ਇਹ ਫੁੱਟ ਹਿਲ 'ਚੋਂ ਜੋ ਦੰਦਾ ਕਰਨਿਆਂ ਦੀਆਂ ਫੁੱਟ ਹਿਲਸ ਨੇ ਉਹਨਾਂ ਦੇ ਵਿੱਚੋਂ ਜਨਰੇਟ ਹੁੰਦੀ ਹੈ। ਅਤੇ ਗੋਦਾਵਰੀ ਪਾਈ ਜਾਂਦੀ ਹੈਗੀ। ਇਸ ਤਰ੍ਹਾਂ ਹੀ ਆਪਣੇ ਲਈ ਗੋਦਾਵਰੀ ਦੀ ਰੇਂਜ ਆਪਣੇ ਲਈ 1465 ਕਿਲੋਮੀਟਰ ਹੈ। ਕ੍ਰਿਸ਼ਨਾ ਹੋ ਗਈ, ਕ੍ਰਿਸ਼ਨਾ 1400 ਕਿਲੋਮੀਟਰ ਹੈਗੀ ਅਤੇ ਕਾਵੇਰੀ ਆਪਣੇ ਲਈ 800 ਕਿਲੋਮੀਟਰ ਪਾਈ ਜਾਂਦੀ ਹੈ ਜੀ। ਸੋ ਇਹ ਨੇ ਤੁਹਾਡੇ ਈਸਟ ਫਲੋ ਕਰਨ ਵਾਲੇ ਰਿਵਰ। ਇਸ ਤੋਂ ਬਾਅਦ ਇਹਦੇ ਵੈਸਟ ਫਲੋ ਕਰਨ ਵਾਲੇ, ਉਹਦੇ ਵਿੱਚ ਸਾਬਰਮਤੀ ਹੈ ਜੋ ਅਰਾਵਲੀ ਤੋਂ ਸ਼ੁਰੂ ਹੁੰਦੀ ਹੈ ਅਤੇ 320 ਕਿਲੋਮੀਟਰ ਇਹਦੀ ਵੀ ਲੈਂਥ ਤੋਂ 320 ਕਿਲੋਮੀਟਰ ਹੈ। ਮਾਹੀ ਹੈ ਜੋ ਮਾਹੀ 533 ਕਿਲੋਮੀਟਰ ਹੈ। ਵਿੰਧਿਅਨ ਰੇਂਜ ਤੋਂ ਆਪਾਂ ਜੋ ਇੱਥੇ ਗੁਜਰਾਤ ਦੇ ਨੇੜੇ ਥੋੜ੍ਹਾ ਜਿਹਾ ਵਿੰਧਿਅਨ ਰੇਂਜ ਦੇਖੀ ਸੀ, ਉੱਥੋਂ ਮਾਹੀ ਜਨਰੇਟ ਹੋ ਕੇ ਅਰਬੀਅਨ ਸੀ ਦੇ ਵਿੱਚ ਡਿੱਗਦੀ ਹੈ। 533 ਕਿਲੋਮੀਟਰ ਇਹਦੀ ਵੀ ਲੈਂਥ ਹੈਗੀ। ਨਰਮਦਾ ਜੋ ਹੈ ਅਮਰਕੰਟਕ ਪਲੇਟੂ ਤੋਂ ਸ਼ੁਰੂ ਹੁੰਦੀ ਹੈ ਅਤੇ 1312 ਕਿਲੋਮੀਟਰ ਹੈਗਾ। ਇਹ ਲਾਰਜੈਸਟ ਵੈਸਟ ਫਲੋਇੰਗ ਰਿਵਰ ਹੈ। ਇੱਧਰਲੀ ਸਾਈਡ ਡਿੱਗਣ ਵਾਲੇ ਰਿਵਰ ਦੇ ਵਿੱਚੋਂ ਲਾਰਜੈਸਟ ਹੈ ਨਰਮਦਾ ਅਤੇ 1312 ਕਿਲੋਮੀਟਰ ਇਹਦੀ ਵੀ ਲੈਂਥ ਪਾਈ ਜਾਂਦੀ ਹੈ। ਇਸ ਤੋਂ ਬਾਅਦ ਤਾਪੀ ਜੋ ਆਪਣੀ ਆਈ ਇਹ ਸਤਪੁੜਾ ਰੇਂਜ ਤੋਂ ਸ਼ੁਰੂ ਹੋ ਕੇ ਅਰਬੀਅਨ ਸੀ ਦੇ ਵਿੱਚ ਜਾਂਦੀ ਹੈ 730 ਕਿਲੋਮੀਟਰ ਦੀ ਲੈਂਥ ਦੇ ਨਾਲ। ਲੂਨੀ ਹੈ ਜੋ ਅਰਾਵਲੀਜ਼ ਤੋਂ ਜਾਂਦੀ ਹੈ ਅਤੇ ਇਹ ਸਾਲਟ ਰਿਵਰ ਹੈ, ਇੱਕ ਨਮਕੀਨ ਪਾਣੀ ਦਾ ਰਿਵਰ ਹੈਗਾ ਅਤੇ ਇਹ 482 ਕਿਲੋਮੀਟਰ ਲੈਂਥ ਹੈ। ਅਤੇ ਰਨ ਆਫ ਜੋ ਕੱਛ ਹੈ ਉਹਦੇ ਵਿੱਚ ਇੱਧਰ ਉੱਧਰ ਸਮਾ ਜਾਂਦੀ ਹੈਗੀ, ਜੋ ਗੁਜਰਾਤ ਦੇ ਵਿੱਚ ਰਨ ਆਫ ਕੱਛ ਪਾਈ ਜਾਂਦੀ ਹੈ। ਸੋ ਬੇਸਿਕਲੀ ਇਹੀ ਸੀ ਆਪਣੀ ਜੋ ਰਿਵਰ ਸਿਸਟਮ ਸੀਗਾ। ਇੰਡੀਅਨ ਟੋਪੋਗ੍ਰਾਫੀ ਆਪਾਂ ਦੇਖੀ ਹੈ। ਆਪਾਂ ਮੇਨ ਕੰਸੈਪਟ ਆਪਾਂ ਹੁਣ ਅੱਗੇ ਜੋ ਲੈ ਕੇ ਚੱਲਾਂਗੇ ਉਹ ਪੰਜਾਬ ਦੀ ਟੋਪੋਗ੍ਰਾਫੀ 'ਤੇ ਲੈ ਕੇ ਚੱਲਾਂਗੇ, ਕਿਉਂਕਿ ਉਹਨੇ ਸਪੈਸ਼ਲੀ ਮੈਂਸ਼ਨ ਕੀਤਾ ਇੰਡੀਅਨ ਦਾ ਆਪਾਂ ਨੂੰ ਇੱਕ ਓਵਰਵਿਊ ਚਾਹੀਦਾ ਸੀ ਕਿਸ ਤਰ੍ਹਾਂ ਦਾ ਆਪਣੇ ਲਈ ਟੋਪੋਗ੍ਰਾਫੀ ਪਾਈ ਜਾਂਦੀ ਹੈਗੀ। ਕੱਲ੍ਹ ਨੂੰ ਆਪਾਂ ਫੋਕਸ ਕਰਾਂਗੇ ਅਤੇ ਕੱਲ੍ਹ ਦੇ ਲੈਕਚਰ ਦੇ ਵਿੱਚ ਇੰਡੀਅਨ ਦੀ ਟੋਪੋਗ੍ਰਾਫੀ, ਇੰਡੀਅਨ ਦਾ ਕਿਸ ਤਰ੍ਹਾਂ ਦੀ ਪੰਜਾਬ ਦੀ ਟੋਪੋਗ੍ਰਾਫੀ, ਕਿਸ ਤਰ੍ਹਾਂ ਦੇ ਪਲੇਨਸ ਪਾਏ ਜਾਂਦੇ ਨੇ, ਕਿਸ ਤਰ੍ਹਾਂ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਨੇ, ਕੀ ਘਣਤਾ ਹੈਗੀ, ਕਿੰਨੇ ਲੋਕ ਰਹਿੰਦੇ, ਕੀ ਡੈਂਸਿਟੀ ਹੈ, ਕੀ ਇਹਨਾਂ ਦਾ ਲੌਂਗੀਟਿਊਡ ਜਾਂ ਉਹ ਹੈ, ਕਿਹੜੀਆਂ ਕੈਪੀਟਲਸ ਹੈ, ਇਹ ਚੀਜ਼ਾਂ ਆਪਾਂ ਪੰਜਾਬ ਦੀਆਂ ਕੱਲ੍ਹ ਦੇ ਲੈਕਚਰ 'ਚ ਦੇਖਾਂਗੇ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਜੀ। ਨੈਕਸਟ ਲੈਕਚਰ ਦੇ ਵਿੱਚ ਮਿਲਦੇ ਹਾਂ ਆਪਾਂ। ਧੰਨਵਾਦ।